ਤੁਸੀਂ ਸੁਣ ਰਹੇ ਹੋ ਕਿਤਾਬ ਆਦਿ ਬੀੜ ਬਾਰੇ, ਜਿਸ ਦੇ ਲੇਖਕ ਹਨ ਪ੍ਰੋਫੈਸਰ ਸਾਹਿਬ ਸਿੰਘ ਜੀ। 10ਵੇਂ ਭਾਗ ਵਿੱਚ ਸੁਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਨਮਤਾਂ ਅਤੇ ਹੋਰ ਕਈ ਕਿਸਮ ਦੀ ਜਾਣ ਪਛਾਣ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗ ਊੜਾ। ਪੁਰਾਣਕ ਸਾਖੀਆਂ ਤੇ ਦੇਵ ਪੂਜਾ। ਬੜੇ ਹੀ ਪੁਰਾਣੇ ਸਮੇਂ ਤੋਂ ਸਾਡੇ ਦੇਸ਼ ਵਿੱਚ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਚਲੀ ਆ ਰਹੀ ਹੈ। ਇਸ ਵੇਲੇ ਵੀ ਭਾਰਤ ਵਿੱਚ ਸੈਂਕੜੇ ਮੰਦਰ ਕਈ ਦੇਵਤਿਆਂ ਦੇ ਨਾਮ ਤੇ ਬਣੇ ਹੋਏ ਮੌਜੂਦ ਹਨ। ਉਹਨਾਂ ਦੇਵਤਿਆਂ ਦੇ ਨਾਮ ਨਾਲ ਕਈ ਸਾਖੀਆਂ ਵੀ ਚੱਲ ਪਈਆਂ, ਜਿਨ੍ਹਾਂ ਦੀ ਕਥਾ ਸਵੇਰੇ ਸ਼ਾਮ ਮੰਦਰਾਂ ਵਿੱਚ ਹੁੰਦੀ ਚਲੀ ਆ ਰਹੀ ਹੈ। ਦੇਵਤਿਆਂ ਦੇ ਨਾਲ ਕਈ ਰਿਸ਼ੀਆਂ ਮੁਨੀਆਂ ਦੀਆਂ ਸਾਖੀਆਂ ਵੀ ਰਲ ਗਈਆਂ, ਜਿਨ੍ਹਾਂ ਕਈ ਰਾਜਿਆਂ ਆਦਿਕ ਨੂੰ ਵਰ ਸਰਾਪ ਦਿੱਤੇ। ਹਿੰਦੂ ਧਰਮ ਦੇ ਉਹ ਨਾਮਲੇਵਾ ਲੋਕ ਜੋ ਦੋਵੇਂ ਵੇਲੇ ਮੰਦਰਾਂ ਵਿੱਚ ਜਾਣ ਦੇ ਅਭਿਆਸੀ ਹਨ ਤੇ ਉੱਥੇ ਜਾ ਕੇ ਪੁਰਾਣਾਂ ਦੀ ਕਥਾ ਨੂੰ ਨੇਮ ਨਾਲ ਸੁਣਦੇ ਹਨ, ਉਹਨਾਂ ਨੂੰ ਇਹ ਸਾਖੀਆਂ ਬਹੁਤ ਚੇਤੇ ਹੁੰਦੀਆਂ ਹਨ। ਸਤਿਗੁਰੂ ਨਾਨਕ ਸਾਹਿਬ ਜੀ ਦੀ ਜਨਮ ਭੋਏ ਤਲਵੰਡੀ ਵਿੱਚ ਤਾਂ ਕੋਈ ਅਜਿਹਾ ਵੱਡਾ ਮੰਦਰ ਆਦਿਕ ਨਹੀਂ ਸੀ, ਜਿੱਥੇ ਸਤਿਗੁਰੂ ਨੂੰ ਆਪਣੀ ਪਹਿਲੀ ਉਮਰੇ ਪੁਰਾਣਕ ਕਥਾਵਾਂ ਸੁਣਨ ਦਾ ਮੌਕਾ ਮਿਲਦਾ। ਪਰ ਪਹਿਲੀ ਉਦਾਸੀ ਵਿੱਚ ਉਹਨਾਂ ਭਾਰਤ ਦੇ ਬਹੁਤ ਸਾਰੇ ਤੀਰਥ ਤੇ ਮੰਦਰ ਵੇਖੇ ਸਨ। ਸਤਿਗੁਰੂ ਜੀ ਦੀ ਬਾਣੀ ਪੜ੍ਹਿਆਂ ਸੁੱਤੇ ਹੀ ਇਹ ਗੱਲ ਦਿਸ ਪੈਂਦੀ ਹੈ ਕਿ ਮੰਦਰਾਂ ਵਿੱਚ ਹੁੰਦੀ ਪੂਜਾ ਤੇ ਉੱਥੇ ਸੁਣਾਈਆਂ ਜਾਂਦੀਆਂ ਪੁਰਾਣਕ ਕਥਾਵਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਦਿਲਚਸਪੀ ਨਾਲ ਵੇਖਿਆ ਸੁਣਿਆ, ਕਿਉਂਕਿ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਇਹਨਾਂ ਬਾਰੇ ਬੜੀ ਡੂੰਘੀ ਵਾਕਫੀਅਤ ਦਿੱਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਨ ਵਾਲਾ ਮਨੁੱਖ ਮੰਦਰਾਂ ਵਿੱਚ ਜਾਣ ਤੋਂ ਬਿਨਾਂ ਹੀ ਦੇਵ ਪੂਜਾ ਦੀ ਸਮੱਗਰੀ ਤੇ ਤਰੀਕਾ ਪੂਰੀ ਤਰ੍ਹਾਂ ਜਾਣ ਲੈਂਦਾ ਹੈ। ਸੰਧਿਆ ਸਮੇਂ ਦੇਵ ਆਰਤੀ ਕਰਨ ਲਈ ਇੱਕ ਥਾਲ ਵਿੱਚ ਦੀਵੇ ਜਗਾਉਣੇ, ਮੋਤੀ ਆਦਿਕ ਅਮੋਲਕ ਚੀਜ਼ਾਂ ਥਾਲ ਵਿੱਚ ਪਾ ਲੈਣੀਆਂ, ਧੂਪ ਧੁਖਾਣਾ, ਸੁਗੰਧੀ ਵਾਲੇ ਸੁੰਦਰ ਫੁੱਲ ਲਿਆ ਰੱਖਣੇ, ਦੇਵ ਮੂਰਤੀ ਨੂੰ ਚੌਰ ਕਰਨਾ, ਭੇਰੀਆਂ ਤੂਤੀਆਂ ਛੈਣੇ ਆਦਿਕ ਵਜਾਣੇ, ਫਿਰ ਇੱਕ ਪਵਿੱਤਰ ਸਿੱਲ ਉੱਤੇ ਚੰਦਨ ਕੇਸਰ ਆਦਿਕ ਘਸਾ ਕੇ ਉਹਨਾਂ ਨੂੰ ਤਿਲਕ ਲਾਣਾ, ਸਵੇਰੇ ਦੁੱਧ ਦੀ ਲੱਸੀ ਨਾਲ ਇਸ਼ਨਾਨ ਕਰਾਉਣਾ ਤੇ ਖੀਰ ਆਦਿਕ ਦਾ ਭੋਗ ਲਵਾਉਣਾ, ਰਾਤ ਵੇਲੇ ਠਾਕਰਾਂ ਨੂੰ ਪਵਿੱਤਰ ਡੱਬੇ ਵਿੱਚ ਸੁਖਾਸਨ ਕਰਨਾ। ਇਸ ਸਾਰੀ ਰੀਤ ਮਰਜ਼ਾਦਾ ਦੀ ਵਾਕਫੀਅਤ ਗੁਰਬਾਣੀ ਵਿੱਚੋਂ ਮਿਲ ਜਾਂਦੀ ਹੈ। ਪਹਿਲੀ ਉਦਾਸੀ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਜਗਨਨਾਥਪੁਰੀ ਜਾਣ ਦੀ ਸਾਖੀ ਬੜੀ ਪ੍ਰਸਿੱਧ ਹੈ। ਉੱਥੇ ਮੂਰਤੀ ਦੀ ਆਰਤੀ ਦੇ ਥਾਂ ਕੁਦਰਤ ਵੱਲੋਂ ਹੋ ਰਹੀ ਪ੍ਰਮਾਤਮਾ ਦੀ ਆਰਤੀ ਵੱਲ ਪਾਂਡਿਆਂ ਦਾ ਧਿਆਨ ਦਿਵਾ ਕੇ ਸਤਿਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ ਸੀ, ਜਿਸ ਦਾ ਰੋਜ਼ਾਨਾ ਪਾਠ ਰਾਤ ਨੂੰ ਸੌਣ ਵੇਲੇ ਕਰਨ ਦੀ ਹਰੇਕ ਸਿੱਖ ਨੂੰ ਹਦਾਇਤ ਹੈ। ਉਸ ਸ਼ਬਦ ਵਿੱਚ ਮੂਰਤੀ ਦੀ ਪੂਜਾ ਦੀ ਮਰਜ਼ਾਦਾ ਵੀ ਦਰਜ ਹੈ। ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੈ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾ। ਸਹਸ ਤਵ ਨੈਨ ਨਨ ਨੈਨ ਹੈ ਤੁਹੇ ਕੋ, ਸਹਸ ਮੂਰਤ ਨਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਬ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਤ ਮਨੋ, ਆਂਦਿਨੋ ਮੋਹਿ ਆਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਠਾਕੁਰਾਂ ਨੂੰ ਸੁਖਾਸਨ ਕਰਨਾ, ਸਵੇਰੇ ਇਸ਼ਨਾਨ ਕਰਾਉਣਾ, ਤਿਲਕ ਲਾਉਣਾ ਤੇ ਭੋਗ ਲਾਉਣਾ ਆਦਿਕ ਦੇ ਥਾਂ ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ ਦੀ ਪ੍ਰੇਰਨਾ ਕਰਦੇ ਹੋਏ ਉਹ ਸਾਰੀ ਮਰਜ਼ਾਦਾ ਇਉਂ ਦੱਸਦੇ ਹਨ। ਗੁਜਰੀ ਮਹੱਲਾ ਪਹਿਲਾ। ਤੇਰਾ ਨਾਮ ਕਰੀ ਚਣ ਨਾਠੀਆ, ਜੇ ਮਨ ਉਰਸਾ ਹੋਏ। ਕਰਨੀ ਕੁੰਗੂ ਜੇ ਰਲੈ, ਘਟ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨ ਹੋਏ ਰਹਾਉ। ਬਾਹਰ ਦੇਵ ਪਖਾਲੀਐ, ਜੇ ਮਨ ਧੋਵੈ ਕੋਏ। ਜੂਠ ਲਹੈ ਜਿਉ ਮਾਂਝੀਐ,
ਮੋਖ ਪਿਆਣਾ ਹੋਏ। ਸੂਈ ਮਹੱਲਾ ਪਹਿਲਾ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੂਧੈ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਜਪੋ ਤਾਂ ਏਕੋ ਨਾਮਾ, ਅਵ ਨਿਰਾਫਲ ਕਾਮਾ ਰਹਾ। ਇਹ ਮਨ ਈਂਟੀ ਹਾਥ ਕਰੋ, ਫੁਨ ਨੇਤਰੋਂ ਨੀਂਦ ਨ ਆਵੈ। ਰਸਨਾ ਨਾਮ ਜਪੋ ਤਬ ਮਥਿਐ, ਇਨ ਬਿਦ ਅੰਮ੍ਰਿਤ ਪਾਵੋ। ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੈ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਬਤ ਰਹਿ। ਕਹਿੰਦੇ ਕਹੈ ਕਹੇ ਕਹਿ ਜਾਮੈ, ਤੁਮ ਸਰ ਅਵਰ ਨ ਕੋਈ। ਭਗਤ ਹੀਣ ਨਾਨਕ ਜਨ ਜੰਪੈ, ਹਉ ਸਾਲਾਹੀ ਸੱਚਾ ਸੋਈ। ਇਹੀ ਖਿਆਲ ਭਗਤ ਰਵਿਦਾਸ ਜੀ ਦੇ ਸ਼ਬਦ ਵਿੱਚ ਹਨ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਜਰੀ ਰਾਗ ਵਿੱਚ ਦਰਜ ਹੈ। ਦੂਧ ਤਾਂ ਬਛਰੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ, ਅਵਰ ਨ ਫੂਲ ਅਨੂਪ ਨ ਪਾਵੋ ਰਹਾ। ਮੈਲਾ ਗਰ ਬੇਰੇ ਹੈ ਭੁਯੰਗਾ, ਬਿਖ ਅੰਮ੍ਰਿਤ ਬਸੈ ਇਕ ਸੰਗਾ। ਧੂਪ ਦੀਪ ਨਈ ਬੇਦੇ ਬਾਸਾ, ਕੈਸੇ ਪੂਜ ਕਰਹਿ ਤੇਰੀ ਦਾਸਾ। ਤਨ ਮਨ ਅਰਪੋਂ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਪੂਜਾ ਅਰਚਾ ਆਹੇ ਨ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਭਗਤ ਨਾਮਦੇਵ ਜੀ ਨੇ ਵੀ ਦੇਵ ਮੂਰਤੀ ਦੀ ਪੂਜਾ ਵਾਸਤੇ ਵਰਤੀ ਸਮੱਗਰੀ ਵਿੱਚ ਖਾਮੀਆਂ ਦੱਸ ਕੇ ਪ੍ਰਭੂ ਪੂਜਾ ਵੱਲ ਪ੍ਰੇਰਦਿਆਂ ਉਹ ਪੂਜਾ ਸਮੱਗਰੀ ਦੱਸੀ ਹੈ ਜੋ ਠਾਕੁਰਾਂ ਦੀ ਪੂਜਾ ਲਈ ਵਰਤੀ ਦੀ ਹੈ। ਆਨੀਲੇ ਕੁੰਭ ਭਰਾਈਲੇ ਊਦਕ, ਠਾਕੁਰ ਕੋ ਇਸ਼ਨਾਨ ਕਰੋ। 42 ਲੱਖ ਜੀ ਜਲ ਮੇ ਹੋਤੇ, ਬੀਠਲ ਪਹਿਲਾ ਕਾਏ ਕਰੋ। ਜਤਰ ਜਾਉ ਤਤ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦ ਕੇਲਾ ਰਹਾ। ਆਨੀਲੇ ਫੂਲ ਪਰੋਈਲੇ ਮਾਲਾ, ਠਾਕੁਰ ਕੀ ਹੋਂ ਪੂਜ ਕਰੂੰ। ਪਹਿਲੇ ਬਾਸ ਲਈ ਹੈ ਭਵਰੇ, ਬੀਠਲ ਪਹਿਲਾ ਕਾਏ ਕਰੋ। ਆਨੀਲੇ ਦੂਧ ਰਧਾਈਲੇ ਖੀਰੰਗ, ਠਾਕੁਰ ਕੋ ਨਾ ਦੇਵ ਕਰੋ। ਪਹਿਲੇ ਦੂਧ ਬਟਾਰਿਓ ਬਛਰੈ, ਬੀਠਲ ਪਹਿਲਾ ਕਾਏ ਕਰੂੰ। ਇਬੈ ਬੀਠਲ ਉਬੈ ਬੀਠੁਲ, ਬੀਠੁਲ ਬਿਨ ਸੰਸਾਰ ਨਹੀਂ। ਥਾਨ ਥਨੰਤਰ ਨਾਮਾ ਪਰਣਵੈ, ਪੂਰ ਰਹਿਓ ਤੂੰ ਸਰਬ ਮਹੀ। ਦੇਵ ਪੂਜਾ ਕਰਨ ਵੇਲੇ ਭਗਤ ਦਾ ਆਪਣਾ ਧਾਰਮਿਕ ਪਹਿਰਾਵਾ ਕੀ ਹੁੰਦਾ ਹੈ, ਇਸ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਤਨੀ ਵਾਕਫੀ ਮਿਲ ਜਾਂਦੀ ਹੈ ਕਿ ਬਾਣੀ ਦਾ ਅਭਿਆਸੀ ਦੇਵ ਪੂਜਾ ਨੂੰ ਤੁਰੰਤ ਪਛਾਣ ਸਕਦਾ ਹੈ। ਭਗਤ ਬੇਣੀ ਜੀ ਦੇ 3 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਆਪ ਜਾਤੀ ਦੇ ਬ੍ਰਾਹਮਣ ਸਨ। ਪ੍ਰਭਾਤੀ ਰਾਗ ਵਾਲੇ ਸ਼ਬਦ ਵਿੱਚ ਬੇਣੀ ਜੀ ਵਖਾਵੇ ਦੀ ਇਸ ਪੂਜਾ ਦੀ ਨਿਖੇਧੀ ਕਰਦੇ ਹੋਏ ਦੇਵ ਪੂਜ ਭਗਤ ਦਾ ਪੂਜਾ ਦੇ ਵੇਲੇ ਦਾ ਪਹਿਰਾਵਾ ਬਿਆਨ ਕਰਦੇ ਹਨ। ਤਨ ਚੰਦਨ ਮਸਤਕ ਪਾਤੀ, ਭਗਵੰਤ ਬੰਦ ਚਰਾਮੰ। ਨਿਤ ਪ੍ਰਤ ਇਸ਼ਨਾਨ ਸਰੀਰੰ, ਦੋਏ ਧੋਤੀ ਕਰਮ ਮੁਖ ਖੀਰੰ। ਚੱਕਰ ਗਣੇਸ਼ੰ, ਮ੍ਰਿਗ ਆਸਣ ਤੁਲਸੀ ਮਾਲਾ। ਕਰ ਉਜਲ ਤਿਲਕ ਕਪਾਲਾ, ਕੰਠ ਰੁਦਰਾਖੰ। ਭਾਵ ਸਵੇਰੇ ਉੱਠ ਕੇ ਨਿਤ ਇਸ਼ਨਾਨ ਕਰਨਾ, ਸਿਰਫ ਧੋਤੀ ਪਹਿਨਣੀ, ਸਰੀਰ ਉੱਤੇ ਚੰਦਨ ਦੇ ਨਿਸ਼ਾਨ, ਗਣੇਸ਼ ਦੇ ਚੱਕਰ, ਹਰਨ ਦੀ ਖਲ ਦਾ ਆਸਣ, ਹੱਥ ਵਿੱਚ ਤੁਲਸੀ ਦੀ ਮਾਲਾ, ਹੱਥ ਧੋ ਮਾਂਜ ਕੇ ਲਿਸ਼ਕਾਏ ਹੋਏ, ਮੱਥੇ ਉੱਤੇ ਤਿਲਕ, ਗਲ ਵਿੱਚ ਰੁਦਰਾਖ ਦੀ ਮਾਲਾ ਅਤੇ ਆਦਿਕ। ਭਾਗ ਐੜਾ ਵਰ ਸਰਾਪ ਦੀਆਂ ਸਾਖੀਆਂ। ਪੁਰਾਣਾਂ ਵਿੱਚ ਅਨੇਕਾਂ ਕਥਾ ਹਨ ਜੋ ਦੇਵਤਿਆਂ ਦੇ ਜਾਂ ਤਪੀਆਂ ਦੇ ਦਿੱਤੇ ਵਰ ਸਰਾਪਾਂ ਦਾ ਜ਼ਿਕਰ ਕਰਦੀਆਂ ਹਨ। ਮੰਦਰਾਂ ਵਿੱਚ ਨਿਤ ਇਹਨਾਂ ਦਾ ਪ੍ਰਚਾਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਐਸੀਆਂ ਸਾਖੀਆਂ ਦੇ ਇਸ਼ਾਰੇ ਮਿਲਦੇ ਹਨ। ਇੰਦਰ ਦੇਵਤੇ ਦਾ ਗੌਤਮ ਰਿਸ਼ੀ ਦੀ ਇਸਤਰੀ ਇਹਲਿਆ ਉੱਤੇ ਮੋਹਿਤ ਹੋਣਾ ਤੇ ਰਿਸ਼ੀ ਵੱਲੋਂ ਇੰਦਰ ਅਤੇ ਚੰਦਰਮਾ ਨੂੰ ਸਰਾਪ ਮਿਲਣਾ, ਪਰਸ਼ੁਰਾਮ ਦਾ ਖੱਤਰੀਆਂ ਦੀਆਂ ਕੁੱਲ ਨਾਸ਼ ਕਰਨੀਆਂ ਤੇ ਸ੍ਰੀ ਰਾਮਚੰਦਰ ਜੀ ਉੱਤੇ ਵੀ ਵਾਰ ਕਰਨਾ ਤੇ ਫਿਰ ਪਛਤਾਣਾ, ਰਾਜਾ ਅਜੇ ਨੂੰ ਸਰਾਪ ਲਿੱਦ ਖਾਣ ਦਾ, ਸ੍ਰੀ ਰਾਮਚੰਦਰ ਜੀ ਨੂੰ ਦੇਸ਼ ਨਿਕਾਲਾ, ਰਾਵਣ ਦੀ ਮੂਰਖਤਾ, ਸ੍ਰੀ ਕ੍ਰਿਸ਼ਨ ਜੀ ਦਾ ਕਾਲੀ ਨਾਗ ਨੂੰ ਨੱਥਣਾ, ਬ੍ਰਹਮਾ ਦਾ ਕਮਲ ਨਾਭੀ ਦੀ ਭਾਲ ਕਰਨਾ, ਦੇਵਤਿਆਂ ਦਾ ਸਮੁੰਦਰ ਨੂੰ ਰਿੜਕ ਕੇ 14 ਰਤਨ ਉਸ ਵਿੱਚੋਂ ਕੱਢਣੇ, ਦਾਨੀ ਰਾਜਾ ਹਰੀ ਚੰਦ ਨੂੰ ਕਸ਼ਟ ਆਉਣੇ,
ਵਾਮਨ ਰੂਪ ਧਾਰ ਕੇ ਆਪਣੇ ਭਗਤ ਰਾਜਾ ਬਲ ਨੂੰ ਵਿਸ਼ਨੂੰ ਜੀ ਦਾ ਪਰਖਣਾ, ਰਾਜਾ ਜਨਮੇਜਾ ਦਾ ਭਾਗਵਤ ਪੁਰਾਣ ਸੁਣਨਾ, ਸਰਾਪ ਦਾ ਅਸਰ ਮਿਟਾਉਣ ਲਈ ਸ੍ਰੀ ਕ੍ਰਿਸ਼ਨ ਜੀ ਦਾ ਕੰਸ ਨੂੰ ਮਾਰਨਾ, ਕੈਰਵਾਂ ਦੀ ਸਭਾ ਵਿੱਚ ਦ੍ਰੋਪਦੀ ਦੀ ਪਤ ਰਹਿਣੀ, ਇੱਕ ਫੁੱਲ ਦੀ ਪ੍ਰੇਮ ਭੇਟਾ ਦਾ ਸਦਕਾ ਗੱਜ ਨੂੰ ਨਾਰਾਇਣ ਨੇ ਇੱਕ ਤੈਂਦੂਏ ਦੀ ਫਾਹੀ ਤੋਂ ਬਚਾਉਣਾ, ਗਨਕਾ ਨੇ ਤੋਤੇ ਤੋਂ ਰਾਮ ਨਾਮ ਦੇ ਸਿਮਰਨ ਦੀ ਪ੍ਰੀਤ ਹਾਸਲ ਕਰਨੀ, ਕੁਬਜਾਂ ਉੱਤੇ ਸ੍ਰੀ ਕ੍ਰਿਸ਼ਨ ਜੀ ਦੀ ਦਇਆ। ਅਜਿਹੀਆਂ ਅਨੇਕਾਂ ਸਾਖੀਆਂ ਵੱਲ ਇਸ਼ਾਰੇ ਹਨ ਜੋ ਗੁਰਬਾਣੀ ਵਿੱਚੋਂ ਮਿਲਦੇ ਹਨ। ਜਿਨ੍ਹਾਂ ਗੁਰਦੁਆਰਿਆਂ ਦੇ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਨਿੱਤ ਵਿਚਾਰ ਹੁੰਦੀ ਰਹਿੰਦੀ ਹੈ, ਉੱਥੇ ਜਾਣ ਵਾਲੇ ਅਭਿਆਸੀਆਂ ਨੂੰ ਰਾਮਾਇਣ, ਮਹਾਭਾਰਤ ਤੇ ਪੁਰਾਣਾਂ ਦੀਆਂ ਇਹ ਕਥਾ ਇਉਂ ਚੇਤੇ ਰਹਿੰਦੀਆਂ ਹਨ ਜਿਵੇਂ ਉਹਨਾਂ ਦੀਆਂ ਉਂਗਲਾਂ ਦੇ ਪੋਟਿਆਂ ਤੇ ਪਈਆਂ ਹਨ। ਵੰਨਗੀ ਵਜੋਂ ਹੀ ਅਸੀਂ ਇੱਥੇ ਕੁਝ ਸ਼ਬਦ ਲਿਖਦੇ ਹਾਂ। ਊੜਾ ਸ਼ਲੋਕ ਮਹੱਲਾ ਪਹਿਲਾ, ਰਾਮ ਕਲੀ ਕੀ ਵਾਰ ਮਹੱਲਾ ਤੀਜਾ। ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੈ ਘਰ ਆਇਆ। ਅਜੇ ਸੋ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ। ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੁੜ ਗਿਆ। ਰੋਵੇ ਦਹ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ। ਰੋਵੇਂ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ। ਰੋਵੇ ਜਨ ਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਭਇਆ। ਆਸਾ ਮਹੱਲਾ ਪਹਿਲਾ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ। ਅੰਧੁਲੇ ਦਹਿ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਭਇਆ। ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂ ਰਹਿਆ ਲਿਵ ਲਾਇ ਰਹਾ। ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਭਇਆ। ਕਿਸ ਤੂੰ ਪੁਰਖ ਜੋਰੂ ਕੌਣ ਕਹੀਐ, ਸਰਬ ਨਿਰੰਤਰ ਰਵ ਰਿਆ। ਨਾਲ ਕੁਟਾਂਬ ਸਾਥ ਵਰਤਦਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਆਗੇ ਅੰਤ ਨਾ ਪਾਇਓ ਤਾਕਾ, ਕੰਸ ਛੇਦ ਕਿਆ ਵੱਡਾ ਭਇਆ। ਰਤਨ ਉਪਾਏ ਧਰੇ ਖੀਰ ਮਥਿਆ, ਹੋਰ ਪਖਲਾਏ ਕਿ ਅਸੀਂ ਕੀਆ। ਕਹੇ ਨਾਨਕ ਛਪੇ ਕਿਆ ਛਪਿਆ, ਏਕੀ ਏਕੀ ਵੰਡ ਦੀਆ। ਪ੍ਰਭਾਤੀ ਮਹੱਲਾ ਪਹਿਲਾ। ਗੌਤਮ ਤਪਾ ਅਹਿਲਿਆ ਇਸਤਰੀ, ਤਿਸ ਦੇਖ ਇੰਦਰ ਲੋਭਾਇਆ। ਸਹਸ ਸਰੀਰ ਚਿਹਨ ਪੱਗ ਹੋਵੇ, ਤਾਂ ਮਨ ਪਛੋਤਾਇਆ। ਕੋਈ ਜਾਣ ਨ ਭੂਲੇ ਭਾਈ, ਸੋ ਭੂਲੇ ਜਿਸ ਆਪ ਭੁਲਾਏ। ਬੂਝੈ ਜਿਸੇ ਬੁਝਾਈ ਰਹਾ, ਤਿਨ ਹਰੀ ਚੰਦ ਪ੍ਰਿਥਵੀ ਪਤ ਰਾਜੈ। ਕਾਗਦ ਕੀਮ ਨ ਪਾਈ, ਔਗਣ ਜਾਣੇ ਤਾਂ ਪੁੰਨ ਕਰੇ ਕਿਉ। ਕਿਉ ਨਿਖਾਸ ਬਿਕਾਈ, ਕਰੋ ਅਢਾਈ ਧਰਤੀ ਮੰਗੀ। ਬਾਵਨ ਰੂਪ ਬਹਾਨੈ, ਕਿਉ ਭਇਆਲ ਜਾਏ ਕਿਉ ਛਲੀਐ। ਜੇ ਬਲ ਰੂਪ ਪਛਾਨੈ, ਰਾਜਾ ਜਨਮੇਜਾ ਦੇ ਮਤੀ। ਬਰਜ ਬਿਆਸ ਪੜਾਇਆ, ਤਿਨ ਕਰ ਜਗ 18 ਕਾਏ। ਕਿਰਤ ਨ ਚਲੈ ਚਲਾਇਆ, ਭੁੱਲਣ ਵਿੱਚ ਕੀਆ ਸਭ ਕੋਈ। ਕਰਤਾ ਆਪ ਨ ਭੁੱਲੈ, ਨਾਨਕ ਸਚ ਨਾਮ ਨਿਸਤਾਰਾ। ਕੋ ਗੁਰ ਪ੍ਰਸਾਦ ਅਕੁਲੈ, ਅਹੰਕਾਰ ਇਨਸਾਨ ਨੂੰ ਮਾਰ ਲੈਂਦਾ ਹੈ। ਇਸ ਤੋਂ ਵਰਜਦੇ ਹੋਏ ਗੁਰੂ ਨਾਨਕ ਸਾਹਿਬ ਜੀ ਬ੍ਰਹਮਾ, ਰਾਜਾ ਬਲ, ਰਾਜਾ ਹਰੀਚੰਦ, ਹਰਨਾਕਸ਼, ਰਾਵਣ, ਸਹਸਬਾ, ਮਦ, ਕੀਟ, ਮਹਿਖਾਸ, ਜਰਾਸੰਧ, ਕਾਲ ਜਮਨ, ਰਕਤ ਬੀਜ, ਕਾਲ ਨੇਮ, ਦੁਰਜੋਧਨ, ਜਨਮੇਜਾ, ਕੰਸ, ਕੇਸ, ਚਾਂਡੂਰ ਆਦਿ ਦੀਆਂ ਅਹੰਕਾਰ ਕਰਕੇ ਦੁੱਖ ਪਾਉਣ ਦੀਆਂ ਪੁਰਾਣ ਕਥਾਵਾਂ ਵੱਲ ਇਸ਼ਾਰਾ ਕਰਦੇ ਹੋਏ ਫਰਮਾਉਂਦੇ ਹਨ। ਗੌੜੀ ਮਹੱਲਾ ਪਹਿਲਾ। ਬ੍ਰਹਮੇ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛੁਤਾਨਿਆ। ਜਹ ਪ੍ਰਭ ਸਿਮਰੇ ਤਹੀਂ ਮਨ ਮਾਨਿਆ, ਐਸਾ ਗਰਭ ਬੁਰਾ ਸੰਸਾਰੇ। ਜਿਸ ਗੁਰ ਮਿਲੈ ਤਿਸ ਗਰਭ ਨਿਵਾਰੇ ਰਹਾ। ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੇ ਬਹੁ ਭਾਰ ਅਫਾਰੀ। ਬਿਨ ਗੁਰ ਪੂਛੇ ਜਾਏ ਪਿਆਰੀ, ਹਰੀ ਚੰਦ ਦਾਨ ਕਰੇ ਜਸ ਲੇਵੈ। ਬਿਨ ਗੁਰ ਅੰਤ ਨ ਪਾਏ ਅਪੇਵੈ, ਆਪ ਭੁਲਾਏ ਆਪੇ ਮਤ ਦੇਵੈ। ਦੁਰਮਤ ਹਰਨਾਕਸ਼ ਦੁਰਾਚਾਰੀ, ਪ੍ਰਭ ਨਾਰਾਇਣ ਗਰਭ ਪ੍ਰਹਾਰੀ। ਪਹਿਲਾਦ ਉਧਾਰੇ ਕਿਰਪਾ ਧਾਰੀ, ਭੂਲੋ ਰਾਵਣ ਮੁਗਧ ਅਚੇਤ। ਲੂਟੀ ਲੰਕਾ ਸੀਸ ਸਮੇਤ, ਗਰਭ ਗਿਆ ਬਿਨ ਸਤਿਗੁਰ ਹੇਤ। ਸਹਸ ਬਾਨ ਮਦ ਕੀਟ ਮਹਿ ਖਾਸਾ,
ਹਰਨਾਕਸ਼ ਲੈ ਨਖੋਂ ਬਿਦਾਸਾ, ਦੈਂਤ ਸੰਘਾਰ ਬਿਨ ਭਗਤ ਅਭਿਆਸਾ। ਜਰਾ ਸੰਧ ਕਾਲ ਜਮਨ ਸੰਘਾਰੇ, ਰਕਤ ਬੀਜ ਕਾਲ ਨੇਮ ਬਿਦਾਰੇ। ਦੈਤ ਸੰਘਾਰ ਸੰਤ ਨਿਸਤਾਰੇ, ਬੂਢਾ ਦਰਜੋਧਨ ਪਤ ਖੋਈ। ਰਾਮ ਨਾ ਜਾਣਿਆ ਕਰਤਾ ਸੋਈ, ਜਨ ਕੋ ਦੂਖ ਪਚੈ ਦੁਖ ਹੋਈ। ਜਨ ਮੇਜੈ ਗੁਰ ਸ਼ਬਦ ਨਾ ਜਾਣਿਆ, ਕਿਉ ਸੁਖ ਪਾਵੈ ਭਰਮ ਭੁਲਾਨਿਆ। ਇਕ ਤਿਲ ਭੂਲੇ ਬਹੁਰ ਪਛਤਾਨੇ, ਕੰਸ ਕੇਸ ਚੰਡੂਰ ਨ ਕੋਈ। ਰਾਮ ਨ ਚੀਨਿਆ ਆਪਣੀ ਪਤ ਖੋਈ, ਬਿਨ ਜਗਦੀਸ਼ ਨ ਰਾਖੇ ਕੋਈ। ਬਿਨ ਗੁਰ ਗਰਭ ਨ ਮੇਟਿਆ ਜਾਏ, ਗੁਰਮਤਿ ਧਰਮ ਧੀਰਜ ਹਰਿ ਨਾਏ। ਨਾਨਕ ਨਾਮ ਮਿਲੇ ਗੁਣ ਗਾਏ। ਭਾਗ ਈੜੀ ਜੋਗ ਮਤ ਤੇ ਹੋਰ ਭੇਖ। ਪਹਿਲੀਆਂ ਦੋ ਉਦਾਸੀਆਂ ਸਮੇਂ ਗੁਰੂ ਨਾਨਕ ਸਾਹਿਬ ਜੀ ਨੂੰ ਜੋਗੀਆਂ ਨਾਲ ਬੜਾ ਵਾਹ ਪੈਂਦਾ ਰਿਹਾ। ਉਨੀ ਦਿਨੀ ਜੋਗੀਆਂ ਦਾ ਬਹੁਤ ਜ਼ੋਰ ਸੀ। ਲੋਕ ਇਹਨਾਂ ਦੇ ਕ੍ਰੋਧ ਤੇ ਸਰਾਪ ਤੋਂ ਸਦਾ ਸਹਿਮੇ ਰਹਿੰਦੇ ਸਨ। ਸਤਿਗੁਰੂ ਜੀ ਡਰੇ ਹੋਏ ਲੋਕਾਂ ਨੂੰ ਇਸ ਦਬਾਓ ਹੇਠੋਂ ਕੱਢਣ ਦਾ ਯਤਨ ਕਰਦੇ ਸਨ। ਇਸ ਕਰਕੇ ਜੋਗੀ ਆਪਣਾ ਦਬਦਬਾ ਖਤਰੇ ਵਿੱਚ ਵੇਖ ਕੇ ਸਤਿਗੁਰੂ ਜੀ ਨਾਲ ਮੁੜ-ਮੁੜ ਟੱਕਰ ਲਾਉਂਦੇ ਸਨ। ਦੂਜੀ ਉਦਾਸੀ ਵਿੱਚ ਗੁਰੂ ਸਾਹਿਬ ਉਚੇਚੇ ਇਹਨਾਂ ਲੋਕਾਂ ਪਾਸ ਸੁਮੇਰ ਪਰਬਤ ਉੱਤੇ ਗਏ। ਜੀਵਨ ਯਾਤਰਾ ਦੇ ਅਖੀਰਲੇ ਸਾਲਾਂ ਵਿੱਚ ਕਰਤਾਰਪੁਰੋਂ ਉਚੇਚੇ ਅਚਲ ਅਪੜੇ, ਜਿੱਥੇ ਜੋਗੀਆਂ ਦਾ ਹਰ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਇਕੱਠ ਹੁੰਦਾ ਸੀ। ਇੱਥੇ ਜੋਗੀਆਂ ਨੇ ਗੁਰੂ ਸਾਹਿਬ ਨਾਲ ਬੜੀ ਵੱਧ-ਵੱਧ ਕੇ ਚਰਚਾ ਕੀਤੀ ਸੀ, ਜਿਸ ਦਾ ਸਾਰ ਸਤਿਗੁਰੂ ਜੀ ਨੇ ਬਾਣੀ ਸਿੱਧ ਗੋਸ਼ਟ ਵਿੱਚ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਜੋਗ ਮਤ ਬਾਰੇ ਬੜੀ ਵਾਕ ਵੀ ਮਿਲਦੀ ਹੈ। ਜੋਗ ਮਤ ਦੇ ਧਾਰਮਿਕ ਚਿੰਨ੍ਹਾਂ ਦਾ ਜ਼ਿਕਰ ਜਪਜੀ ਵਿੱਚ ਹੀ ਮਿਲਦਾ ਹੈ। ਕੰਨੀ ਮੁੰਦਰਾਂ, ਹੱਥ ਵਿੱਚ ਖੱਪਰ ਤੇ ਮੋਢੇ ਉੱਤੇ ਝੋਲੀ, ਘਰ ਘਰ ਆਟਾ ਮੰਗਣ ਲਈ ਪਿੰਡੇ ਸਵਾਹ ਮਲਣੀ, ਉੱਤੇ ਗੋਦੜੀ ਖਿੰਥਾ, ਹੱਥ ਵਿੱਚ ਡੰਡਾ, ਗਲ ਵਿੱਚ ਲਟਕਾਈ ਇੱਕ ਸਿੰਗੀ, ਜੋ ਭੰਡਾਰੇ ਦੇ ਵੇਲੇ ਵਜਾਉਂਦੇ ਹਨ। ਜੋਗੀ ਨੂੰ ਉੱਚੇ ਆਚਰਣ ਵੱਲ ਪ੍ਰੇਰਦੇ ਹੋਏ ਇਹਨਾਂ ਦੇ ਧਾਰਮਿਕ ਚਿੰਨ੍ਹਾਂ ਦੇ ਥਾਂ ਸੁਚੱਜਾ ਜੀਵਨ ਤਜਵੀਜ਼ ਕਰਦੇ ਹਨ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਬੇਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਜੋਗੀਆਂ ਦੇ 12 ਫਿਰਕਿਆਂ ਵਿੱਚੋਂ ਆਈ ਪੰਥ ਸ੍ਰੇਸ਼ਟ ਮੰਨਿਆ ਜਾਂਦਾ ਹੈ। 12 ਦਾ ਜ਼ਿਕਰ ਸਤਿਗੁਰੂ ਜੀ ਕਈ ਥਾਂ ਕਰਦੇ ਹਨ। ਦਰਸ਼ਨ ਪੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਥਾ। 12 ਅੰਤਰ ਏਕ ਸਰੋਵੋ, ਖਟ ਦਰਸ਼ਨ ਇੱਕ ਪੰਥਾ। ਸਿੱਧ ਗੋਸ਼ਟ 12 ਮੈਂ ਜੋਗੀ ਪਰਮਾਏ, ਸੰਨਿਆਸੀ ਛੇ ਚਾਰ। ਸਿੱਧ ਗੋਸ਼ਟ 12 ਮੈਂ ਰਾਵਲ ਖਪ ਜਾਵੇਂ, ਚੌਂ ਛੇ ਮੈਂ ਸੰਨਿਆਸੀ। ਜੋਗੀ ਕਾਪੜੀਆ ਸਿਰ ਖੁੱਥੇ, ਬਿਨ ਸ਼ਬਦੇ ਗਲ ਫਾਸੀ। ਪ੍ਰਭਾਤੀ ਮਹੱਲਾ ਪਹਿਲਾ। ਜੋਗੀਆਂ ਦੀ ਲੰਗੋਟੀ ਤੇ ਲੱਕ ਦੁਆਲੇ ਬੱਧੀ ਕਾਲੀ ਸੇਲੀ ਦਾ ਵੀ ਸਤਿਗੁਰੂ ਜੀ ਜ਼ਿਕਰ ਕਰਦੇ ਹਨ। ਊਂਦੋ ਖੱਪਰ ਪੰਚ ਪੂ ਟੋਪੀ, ਕਾਇਆ ਕੜਾਸਣ ਮਨ ਜਾ ਗੋਟੀ। ਸਿੱਧ ਗੋਸ਼ਟ ਜੰਗਲਾਂ ਵਿੱਚ ਰਹਿਣਾ, ਤੀਰਥਾਂ ਤੇ ਜਾਣਾ, 84 ਆਸਣ ਕਰਨੇ, ਭੁਜੰਗਮ ਨਾੜੀ ਸਾਧ ਕੇ ਪ੍ਰਾਣ ਅੰਦਰ ਖਿੱਚਣੇ, ਟਿਕਾਣੇ ਤੇ ਫਿਰ ਉਤਾਰਨੇ, ਭਾਵ ਪ੍ਰਾਣਾਯਾਮ ਕਰਨਾ, ਨਿਉਲੀ ਕਰਮ ਕਰਨਾ ਅਤੇ ਆਦਿਕ ਯੋਗ ਕਰਮ ਸਤਿਗੁਰੂ ਜੀ ਨੇ ਕਈ ਥਾਈਂ ਦੱਸੇ ਹਨ। ਕਰੇ ਬੇਭੂਤ ਲਗਾਵੇਂ ਭਸਮੈ, ਅੰਤਰ ਕ੍ਰੋਧ ਚੰਡਾਲ ਸੁਹੌਮੈ। ਪਾਖੰਡ ਕੀਨੇ ਜੋਗ ਨਾ ਪਾਈਐ, ਬਿਨ ਸਤਿਗੁਰ ਅਲਖ ਨਾ ਪਾਇਆ। ਤੀਰਥ ਵਰਤ ਨੇਮ ਕਰੇ ਉਦਿਆਨਾ, ਜਤ ਸਤ ਸੰਜਮ ਕਥੈ ਗਿਆਨਾ। ਰਾਮ ਨਾਮ ਬਿਨ ਕਿਉ ਸੁਖ ਪਾਈਐ, ਬਿਨ ਸਤਿਗੁਰ ਭਰਮ ਨਾ ਜਾਇਆ। ਨਿਉਲੀ ਕਰਮ ਭਯੰਗਮ ਪਾਠੀ, ਅਰੇਚਕ ਕੁੰਭਕ ਪੂਰਕ ਮਨ ਹਾਠੀ। ਪਾਖੰਡ ਧਰਮ ਪ੍ਰੀਤ ਨਹੀਂ ਹਰਿ ਸਿਉ, ਗੁਰ ਸ਼ਬਦ ਮਹਾਰਸ ਪਾਇਆ। ਮਾਰੂ ਮਹੱਲਾ ਪਹਿਲਾ। ਨਿਵਲੀ ਕਰਮ ਭਯੰਗਮ ਪਾਠੀ, ਅਰੈਚਕ ਪੂਰਕ ਕੁੰਭ ਕਰੈ। ਬਿਨ ਸਤਿਗੁਰ ਕਿਸ ਸੋਝੀ ਨਾਹੀ, ਭਰਮੇ ਭੂਲਾ ਬੂੜ ਮਰੇ। ਪ੍ਰਭਾਤੀ ਮਹੱਲਾ ਪਹਿਲਾ। ਨੰਗੇ ਰਹਿਣਾ, ਭੁੱਖਾਂ ਕੱਟਣੀਆਂ, ਧੂਣੀਆਂ ਤਪਾਣੀਆਂ, ਤੀਰਥਾਂ ਤੇ ਇਸ਼ਨਾਨ ਕਰਨੇ, ਅੰਨ ਨਾ ਖਾਣਾ, ਇਹ ਵੀ ਯੋਗ ਕਰਮ ਸਤਿਗੁਰੂ ਜੀ ਨੇ ਦੱਸੇ ਹਨ। ਇੱਕ ਨਾਂਗੇ ਭੂਖੇ ਭਵੇਂ ਭਵਾਏ, ਇੱਕ ਹੱਠ ਕਰ ਮਰੇ ਨ ਕੀਮਤ ਪਾਏ। ਗਤ ਅਵਗਤ ਕੀ ਸਾਰ ਨਾ ਜਾਣੇ,
ਬੂਝੇ ਸ਼ਬਦ ਕਮਾਈ ਹੈ। ਇੱਕ ਤੀਰਥ ਨਾਵੇਂ ਅੰਨ ਨਾ ਖਾਵੇਂ, ਇੱਕ ਅਗਨ ਜਲਾਵੇਂ ਦੇਹ ਖਪਾਵੇਂ। ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਬਿਦ ਪਾਰ ਲੰਘਾਈ ਹੈ। ਮਾਰੂ ਸੂਲੇ ਮਹਿਲਾ ਪਹਿਲਾ। ਜਗਤ ਨੂੰ ਇੱਕ ਰਣ ਭੂਮੀ ਦੱਸ ਕੇ ਮਲਾਹ ਰਾਗ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਲਿਖਦੇ ਹਨ ਕਿ ਮਾਇਆ ਦੇ ਯੋਧਿਆਂ ਨਾਲ ਟਾਕਰਾ ਕਰ ਲਈ। ਇੱਕ ਵਣਖੰਡ ਬੈਸੇ ਜਾਏ, ਸਾਧਨਾ ਦੇਵਹੀ। ਇੱਕ ਪਾਲਾ ਕੱਕਰ ਭੰਨ, ਸੀਤਲ ਜਲ ਹੇਵਹੀ। ਇੱਕ ਭਸਮ ਚੜਾਵੇਂ ਅੰਗ, ਮੈਲ ਨਾ ਧੋਵਹੀ। ਇੱਕ ਜਟਾ ਬਿਕਟ ਬਕਰਾਲ, ਕੁੱਲ ਘਰ ਖੋਵਹੀ। ਇੱਕ ਨਗਨ ਫਿਰੈ ਦਿਨ ਰਾਤ, ਨੀਂਦ ਨਾ ਸੋਵਹੀ। ਇੱਕ ਅਘਨ ਜਲਾਵੇਂ ਅੰਗ, ਆਪ ਵਿਗੋਵਹੀ। ਕਈ ਭੇਖਾਂ ਦੇ ਸਾਧੂਆਂ ਤੋਂ ਇਲਾਵਾ ਪਹਿਲੀ ਉਦਾਸੀ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਜੈਨੀਆਂ ਦੇ ਆਗੂਆਂ ਨਾਲ ਵੀ ਵਾਹ ਪਿਆ। ਸਤਿਗੁਰੂ ਜੀ ਲਿਖਦੇ ਹਨ ਕਿ ਉਹ ਲੋਕ ਬੜੇ ਹੀ ਕੁਚੀਲ ਰਹਿੰਦੇ ਹਨ, ਕਦੇ ਨਹਾਉਂਦੇ ਨਹੀਂ, ਜੂਠਾ ਖਾਂਦੇ ਹਨ, ਸਦਾ ਨੰਗੇ ਪੈਰੀਂ ਤੁਰਦੇ ਹਨ, ਸਿਰ ਦੇ ਵਾਲ ਹੱਥਾਂ ਨਾਲ ਪੁੱਟ ਛੱਡਦੇ ਹਨ। ਜੀਵ ਅਹਿੰਸਾ ਦੇ ਭੁਲੇਖੇ ਵਿੱਚ ਉਹ ਲੋਕ ਕਈ ਘਿਰਣਾਯੋਗ ਕੰਮ ਧਰਮ ਸਮਝ ਕੇ ਕਰਦੇ ਹਨ। ਇੱਥੋਂ ਤੱਕ ਕਿ ਪਖਾਨੇ ਫਿਰ ਕੇ ਉਸ ਨੂੰ ਲੱਕੜੀ ਨਾਲ ਫੋਲ ਦਿੰਦੇ ਹਨ ਤਾਂ ਕਿ ਉਸ ਵਿੱਚ ਜੀਵ ਪੈਦਾ ਨਾ ਹੋ ਜਾਣ। ਉਹਨਾਂ ਬਾਬਤ ਸਤਿਗੁਰੂ ਜੀ ਮਲਾਰ ਕੀ ਵਾਰ ਵਿੱਚ ਇਉਂ ਲਿਖਦੇ ਹਨ। ਇੱਕ ਜੈਨੀ ਉੱਜੜ ਪਾਏ, ਧੁਰੋਂ ਖੁਆਇਆ। ਤਿੰਨ ਮੁਖ ਨਾਹੀ ਨਾਮ, ਨਾ ਤੀਰਥ ਨਾਇਆ। ਹੱਥੀਂ ਸਿਰ ਖੁਹਾਏ, ਨਾ ਭੇਦ ਕਰਾਇਆ। ਕੁਚਲ ਰਹੇ ਦਿਨ ਰਾਤ, ਸ਼ਬਦ ਨਾ ਪਾਇਆ। ਤਿੰਨ ਜਾਤ, ਨਾ ਪਤ ਨਾ ਕਰਮ, ਜਨਮ ਗਵਾਇਆ। ਮਨ ਝੂਠੇ ਵੇ ਜਾਤ, ਝੂਠਾ ਖਾਇਆ। ਉਹਨਾਂ ਬਾਰੇ ਹੀ ਮਾਝ ਕੀ ਵਾਰ ਦੇ ਇਸ ਸ਼ਲੋਕ ਵਿੱਚ ਲਿਖਦੇ ਹਨ। ਸਿਰ ਖੁਆਏ ਪੀਏ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਫੋਲ ਫਦੀਹਤ ਮੂੰਹ ਲੈਣ ਪੜਾਸਾ, ਪਾਣੀ ਦੇਖ ਸੰਗਾਹੀ। ਭੇਡਾਂ ਵਾਂਗੀ ਸਿਰ ਖੁਹਾਇਨ, ਭਰੀਅਨ ਹੱਥ ਸੁਹਾਈ। ਮਾਊ ਪੀਊ ਕਿਰਤ ਗਵਾਇਨ, ਟੱਬਰ ਰੋਵਣ ਤਾਹੀ। ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ, ਮੋਏ ਕਿਥਾਉ ਪਾਹੀ। 68 ਤੀਰਥ ਦੇ ਨ ਢੋਈ, ਬ੍ਰਾਹਮਣ ਅੰਨ ਨਾ ਖਾਈ। ਸਦਾ ਕੋਚੀਲ ਰਹਿ ਦਿਨ ਰਾਤੀ, ਮੱਥੇ ਟਿਕੈ ਨਾਹੀ। ਝੁੰਡੀ ਪਾਏ ਬਹਿ ਨਿਤ ਮਰਣੇ, ਦੜ ਦੇ ਬਾਣ ਨਾ ਜਾਹੀ। ਲੱਕੀ ਕਾਂਸੇ ਹਾਥੀ ਫੁੰਮਣ, ਅੱਗੋਂ ਪਿੱਛੋਂ ਜਾਹੀ। ਨਾ ਉਹ ਜੋਗੀ ਨਾ ਉਹ ਜੰਗਮ, ਨਾ ਉਹ ਕਾਜੀ ਮੁੱਲਾ। ਦਈ ਵਗੋਏ ਫਿਰੇ ਵਿਗੁੱਟੇ, ਫਿੱਟਾਂ ਵੱਤੇ ਗੱਲਾਂ। ਜੀਆਂ ਮਾਰ ਜਵਾਲੇ ਸੋਈ, ਅਵਰ ਨ ਕੋਈ ਰੱਖੈ। ਦਾਨੋ ਤੇ ਇਸ਼ਨਾਨੋ ਵੰਝੇ, ਭਸ ਪਈ ਸਿਰ ਖੁੱਥੈ। ਪਾਣੀ ਵਿੱਚੋਂ ਰਤਨ ਉਪੰਨੇ, ਮੇਰ ਕੀਆ ਮਾਧਾਣੀ। 68 ਤੀਰਥ ਦੇਵੀ ਥਾਪੇ, ਪੁਰਬੀ ਲੱਗੈ ਬਾਣੀ। ਨਾਏ ਨਵਾਜ਼ਾ ਨਾਤੇ ਪੂਜਾ, ਨਾਵਣ ਸਦਾ ਸੁਜਾਣੀ। ਮੋਇਆਂ ਜੀਵਨ ਦਿਆਂ ਗਤ ਹੋਵੈ, ਜਾਂ ਸਿਰ ਪਾਈਐ ਪਾਣੀ। ਨਾਨਕ ਸਿਰ ਖੁੱਤੇ ਸ਼ੈਤਾਨੀ, ਇਨਾ ਗੱਲ ਨਾ ਪਾਣੀ। ਵੁੱਠੇ ਹੋਇਆਂ ਹੋਏ ਬਿਲਾਵਲ, ਜੀਆਂ ਜੁਗਤ ਸਮਾਣੀ। ਵੁੱਠੇ ਅੰਨ ਕਮਾਦ ਕਪਾਹਾ, ਸਭ ਸੇ ਪੜਦਾ ਹੋਵੈ। ਵੁੱਠੇ ਘਾਹ ਚਰੇ ਨਿਤ ਸੁਰਹੀ, ਸਾਧਨ ਦਹੀਂ ਵਲੋਵੈ। ਤਿਤ ਕੇ ਹੋਮ ਜਗ ਸਦ ਪੂਜਾ, ਪਾਈਐ ਕਾਰਜ ਸੋਹੈ। ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੈ ਜਿਤ ਵਡਿਆਈ। ਨਾਨਕ ਜੇ ਸਿਰ ਖੁੱਥੇ ਨਾਵਣ ਨਾਹੀ, ਸਤ ਚੱਟੇ ਸਿਰ ਛਾਈ। ਭਾਗ ਸੱਸਾ ਇਸਲਾਮ। ਸਤਿਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਸਮੇਂ ਭਾਰਤ ਵਿੱਚ ਪਠਾਣਾ ਤੇ ਫਿਰ ਮੁਗਲਾਂ ਦਾ ਰਾਜ ਸੀ। ਉਹਨਾਂ ਦੇ ਅਸਰ ਹੇਠ ਅਤੇ ਕਈ ਵੱਡੇ ਵੱਡੇ ਮੁਸਲਮਾਨ ਧਾਰਮਿਕ ਆਗੂਆਂ, ਪੀਰਾਂ ਆਦਿਕ ਦੀ ਰਾਹੀਂ ਹਿੰਦੁਸਤਾਨ ਵਿੱਚ ਇਸਲਾਮ ਦੇ ਪੈਰ ਜੰਮ ਚੁੱਕੇ ਸਨ। ਜਿਸ ਨਗਰ ਵਿੱਚ ਗੁਰੂ ਨਾਨਕ ਸਾਹਿਬ ਜੰਮੇ ਪਲੇ, ਉਹ ਸਾਰਾ ਇਲਾਕਾ ਹੀ ਮੁਸਲਮਾਨੀ ਸੀ। ਸਤਿਗੁਰੂ ਜੀ ਉਮਰ ਦੇ ਪਹਿਲੇ 35.5 ਸਾਲ ਇਹਨਾਂ ਲੋਕਾਂ ਨਾਲ ਹੀ ਮੇਲ ਜੋਲ ਰੱਖਦੇ ਰਹੇ। ਫਿਰ ਸੁਲਤਾਨਪੁਰ ਜਾ ਕੇ 3 ਸਾਲ ਨਵਾਬ ਦੌਲਤ ਖਾਂ ਦੇ ਖਜ਼ਾਨਚੀ ਬਣੇ। ਜਦੋਂ ਸਨ 1507 ਵਿੱਚ ਇਹ ਕੰਮ ਛੱਡ ਕੇ ਦੇਸ਼ ਸੁਧਾਰ ਦੀ ਖਾਤਰ ਲੰਬੀਆਂ ਉਦਾਸੀਆਂ ਸ਼ੁਰੂ ਕੀਤੀਆਂ ਤਾਂ ਤੀਜੀ ਉਦਾਸੀ ਵਿੱਚ 3 ਸਾਲ ਮੁਸਲਮਾਨਾਂ ਨਾਲ ਹੀ ਵਾਹ ਪੈਂਦਾ ਰਿਹਾ। ਪਾਕਪਟਨ, ਰਿਆਸਤ ਬਹਾਵਲਪੁਰ, ਸਿੰਧ ਤੋਂ ਹੁੰਦੇ ਹੋਏ ਅਰਬ, ਈਰਾਨ, ਅਫਗਾਨਿਸਤਾਨ ਦੇ ਮੁਸਲਮਾਨਾਂ ਨਾਲ ਮੇਲ ਜੋਲ ਰੱਖਦੇ ਰਹੇ। ਇਹ ਕੁਦਰਤੀ ਗੱਲ ਸੀ ਕਿ ਇਤਨੇ ਸਮੇਂ ਵਿੱਚ ਸਤਿਗੁਰੂ ਜੀ ਨੂੰ ਮੁਸਲਮਾਨੀ ਮੱਤ ਦੀ ਪੂਰੀ ਡੂੰਘੀ ਵਾਕਫੀਅਤ ਹੋ ਜਾਏ।
ਮੁਸਲਮਾਨਾਂ ਵਿੱਚ ਆਈਆਂ ਕਮਜ਼ੋਰੀਆਂ ਵੀ ਵੇਖਣ ਦਾ ਕਾਫੀ ਸਮਾਂ ਸਤਿਗੁਰੂ ਜੀ ਨੂੰ ਮਿਲਿਆ। ਸੋ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਅਭਿਆਸੀ ਨੂੰ ਸਹਿਜ ਸੁਭਾਏ ਇਸਲਾਮ ਨਾਲ ਕਾਫੀ ਜਾਣ ਪਛਾਣ ਹੋ ਸਕਦੀ ਹੈ। ਸੁਨਨਤ, ਕਲਮਾ, ਬਾਂਗ, ਉਜੂ, ਮਸੀਤੇ, 5 ਵਕਤ ਦੀ ਨਮਾਜ਼, ਰੋਜ਼ੇ, ਜ਼ਕਾਤ ਆਦਿਕ ਸਭ ਬਾਬਤ ਬਾਣੀ ਵਿੱਚੋਂ ਵਾਕਫੀ ਮਿਲ ਜਾਂਦੀ ਹੈ। ਇਸਲਾਮ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਭੰਡਾਰ ਭਰੇ ਪਏ ਹਨ। ਅਸੀਂ ਪਾਠਕਾਂ ਵਾਸਤੇ ਮਜ਼ਮੂਨ ਦੇ ਵਿੱਤ ਅਨੁਸਾਰ ਵੰਨਗੀ ਹੀ ਪੇਸ਼ ਕਰਾਂਗੇ। ਆਮ ਮੁਸਲਮਾਨਾਂ ਦੇ ਰੋਜ਼ਾਨਾ ਆਚਰਣ ਨੂੰ ਨਮਾਜ਼ ਦੀ ਤਾਲੀਮ ਦੇ ਅਨੁਸਾਰ ਨਾ ਵੇਖ ਕੇ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, 5 ਨਮਾਜ਼ਾਂ ਵਕਤ 5, ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਮੁਸਲਮਾਨ ਨੂੰ ਜ਼ਿੰਦਗੀ ਦਾ ਸਹੀ ਰਾਹ ਦੱਸਦੇ ਹੋਏ ਉਸ ਦੀ ਰੋਜ਼ਾਨਾ ਸ਼ਰੀਅਤ ਦਾ ਜ਼ਿਕਰ ਵੀ ਕਰਦੇ ਹਨ। ਮਿਹਰ, ਮਸੀਤ, ਸਿਦਕ, ਮੁਸੱਲਾ, ਹੱਕ, ਹਲਾਲ, ਕੁਰਾਨ, ਸ਼ਰਮ, ਸੁਨਨਤ, ਸੀਲ, ਰੋਜ਼ਾ, ਹੋ ਮੁਸਲਮਾਨ, ਕਰਨੀ ਕਾਬਾ, ਸੱਚ ਪੀਰ, ਕਲਮਾ ਕਰਮ ਨਿਵਾਜ, ਤਸਬੀਹ ਸਾਤ ਸੁਭਾਵ ਸੀ, ਨਾਨਕ ਰਖੈ ਲਾਜ। ਮੁਸਲਮਾਨ ਸੂਰ ਦੇ ਮਾਸ ਨੂੰ ਹਰਾਮ ਆਖਦਾ ਹੈ, ਹਿੰਦੂ ਗਊ ਨੂੰ ਪਵਿੱਤਰ ਸਮਝਦਾ ਹੈ। ਸਤਿਗੁਰੂ ਜੀ ਆਖਦੇ ਹਨ ਕਿ ਨਿਰਾ ਇੰਨੀ ਗੱਲੀ ਭੇਸਤ ਨਸੀਬ ਨਹੀਂ ਹੋ ਸਕਦਾ। ਗਰੀਬਾਂ ਦਾ ਲਹੂ ਪੀਣਾ ਬੰਦ ਕਰੋ, ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਗੱਲੀ ਭੇਸਤ ਨਾ ਜਾਈਐ, ਛੁੱਟੈ ਸੱਚ ਕਮਾਏ, ਮਾਰਨ ਪਾਹੇ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਪਿਸ਼ਾਬ ਆਦਿਕ ਨਾਲ ਜੇ ਕੋਈ ਪਹਿਨਿਆ ਕੱਪੜਾ ਪਲੀਤ ਹੋ ਜਾਏ ਤਾਂ ਮੁਸਲਮਾਨ ਉਨੀ ਕੱਪਣੀ ਪੜੀ ਨਮਾਜ਼ ਨੂੰ ਕਜ਼ਾ ਸਮਝਦਾ ਹੈ, ਵਿਅਰਥ ਗਈ ਜਾਣਦਾ ਹੈ। ਸਤਿਗੁਰੂ ਜੀ ਉਸ ਨੂੰ ਸਮਝਾਉਂਦੇ ਹਨ ਕਿ ਨਿਰੇ ਕੱਪੜਿਆਂ ਦੇ ਹੀ ਪਲੀਤ ਹੋ ਜਾਣ ਵੱਲ ਨਾ ਤੱਕਦਾ ਰਹੋ। ਇਹ ਵੀ ਵੇਖ ਕੇ ਲੋਕਾਂ ਦਾ ਲਹੂ ਪੀਤਿਆਂ ਮਨ ਵੀ ਪਲੀਤ ਹੋ ਜਾਂਦਾ। ਇਸ ਪਲੀਤ ਮਨ ਨਾਲ ਪੜੀ ਨਮਾਜ਼ ਤਾਂ ਸਦਾ ਹੀ ਕਜ਼ਾ ਹੈ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ। ਨਾਨਕ ਨਾਉ ਖੁਦਾਏ ਕਾ ਦਿਲ ਹਛੈ ਮੁਖ ਲੇ, ਅਵਰ ਦਿਵਾਜ਼ੇ ਦੁਨੀ ਕੇ ਝੂਠੇ ਅਮਲ ਕਰੇ। ਮੁਸਲਮਾਨ ਸ਼ਰ੍ਹਾ ਦੀ ਪਾਬੰਦੀ ਵਿੱਚ ਰਹਿਣ ਨੂੰ ਹੀ ਸਭ ਤੋਂ ਚੰਗਾ ਜੀਵਨ ਰਾਹ ਸਮਝਦਾ ਹੈ। ਸ਼ਰ੍ਹਾ ਵਿੱਚ ਤੁਰਨ ਵਾਲੇ ਨੂੰ ਨੇਕ ਪਾਕ ਬੰਦਾ ਖਿਆਲ ਕਰਦਾ ਹੈ। ਹਿੰਦੂ ਤੀਰਥਾਂ ਦੇ ਇਸ਼ਨਾਨ ਤੇ ਦੇਵ ਅਰਚਾ ਪੂਜਾ ਦੀ ਵਡਿਆਈ ਕਰਦਾ ਹੈ। ਗੁਰੂ ਨਾਨਕ ਸਾਹਿਬ ਇਹਨਾਂ ਦੇ ਇਸ ਅਕੀਦੇ ਦਾ ਜ਼ਿਕਰ ਕਰਕੇ ਸਤ ਸੰਗ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਨੂੰ ਸਿੱਧਾ ਜੀਵਨ ਨਿਸ਼ਾਨਾ ਮੰਨਦੇ ਹਨ। ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ। ਹਿੰਦੂ ਸਾਲਾਹੀ ਸਾਲਾਹਣ, ਦਰਸ਼ਨ ਰੂਪ ਅਪਾਰ, ਤੀਰਥ ਨਾਵੇਂ ਅਰਚਾ ਪੂਜਾ, ਅਗਰਵਾਸ ਬਹਿਕਾਰ। ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ। ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ। ਆਸਾ ਦੀ ਵਾਰ। ਮੁਸਲਮਾਨ ਇਹ ਸਮਝਦਾ ਹੈ ਕਿ ਮਰਨ ਪਿੱਛੋਂ ਜਦੋਂ ਉਹ ਖੁਦਾ ਦੇ ਸਾਹਮਣੇ ਪੇਸ਼ ਹੋਵੇਗਾ ਤਾਂ ਹਜ਼ਰਤ ਮੁਹੰਮਦ ਸਾਹਿਬ ਉਸ ਦੀ ਸਿਫਾਰਿਸ਼ ਕਰਨਗੇ। ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ਕਿ ਵਿਕਾਰੀ ਬੰਦੇ ਦੀ ਸਿਫਾਰਿਸ਼ ਕੋਈ ਨਹੀਂ ਕਰ ਸਕਦਾ। ਹਰੇਕ ਦਾ ਨਿਬੇੜਾ ਆਪਣੇ ਅਮਲ ਉੱਪਰ ਹੈ। ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉ ਹੋਏ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ। ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਦਾਨ ਸਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ। ਮੁਸਲਮਾਨ ਰੱਬੀ ਜੀਵਨ ਦੇ 4 ਦਰਜੇ ਮੰਨਦਾ ਹੈ, ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ। ਫਕੀਰਾਂ ਦੇ 5 ਦਰਜੇ ਮੰਨੇ ਗਏ ਹਨ, ਵਲੀ, ਗੌਸ, ਕੁਤਬ, ਅਬਦਾਲ ਅਤੇ ਕਲੰਦਰ। ਸੁਨਨਤ ਕਰਾਣੀ ਤੇ ਲਬਾਂ ਕਟਾਣੀਆਂ ਸ਼ਰੀਅਤ ਵਿੱਚ ਜ਼ਰੂਰੀ ਕਰਾਰ ਦਿੱਤਾ ਗਿਆ। ਮਸੀਤ ਦੇ ਹੁਜਰੇ ਵਿੱਚ ਤਸਬੀਹ ਫੇਰਨੀ, ਹੱਜ ਕਰਨਾ, ਪਿਸ਼ਤ ਵਿੱਚ ਹੂਰਾਂ ਮਿਲਣੀਆਂ ਆਦਿਕ ਅਜਿਹੇ ਕਈ ਇਸਲਾਮੀ ਅਕੀਦਿਆਂ ਬਾਰੇ ਗੁਰੂ ਅਰਜਨ ਸਾਹਿਬ ਮਾਰੂ ਰਾਗ ਦੇ ਇੱਕ ਸੋਹਲੇ ਵਿੱਚ ਇਉਂ ਜ਼ਿਕਰ ਕਰਦੇ ਹਨ। ਅੱਲਾ ਆਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ। ਹੋਏ ਪੈ ਖਾਕ ਫਕੀਰ ਮੁਸਾਫਰ, ਏ ਦਰਵੇਸ਼ ਕਬੂਲ ਦਰਾ।
सच निवाज यकीन मुसल्ला, मनसा मार निवारे आसा, देह मसीत मन मौलाना, कलम खुदाई पाक करा, सरा शरीयत लेक मावो, तरीकत तर्क खोज टुलावो, मार्फत मन मारो अबदाला, मिलो हकीकत जित फिर न मरा। कुरान कतेब दिल में कमाही, 10 औरात रखो बद राही, पंच मर्द सिदक ले बांधो, खैर सबूरी कबूल परा। मक्का मेह रोज पै खाका, पेस्त पीर लफ्ज कमाए अंदाजा, हूर नूर मुश्क खुदाया, बंदगी अल्लाह आला हुजरा। सच कमावे सोई काजी, जो दिल सोधे सोई हाजी, सो मुल्ला मलाउन निवारे, सो दरवेश जिस सिफत तर। सभे वक्त सभे कर वेला, खालक जा दिले में मौला, तस्बी याद करो 10 मर्दन, सुन्नत सील बंदहान बरा। दिल में जानो सब फिलहाला, खिल खाना बिरादर हमू जंजाला, मीर मलक उमरे फनाया, एक मुकाम खुदाए दरा। अव्वल सिफत दूजी साबूरी, तीजे हालेनी चौथे खैरी, पंजवें पंजे इकत मुकामे, ये 5 वक्त तेरे अपर परा। सगली जान करो मोफीदा, बद अमल छोड़ करो हथ कूजा, खुदाई एक बुझ देवो बांगा, बुरगू बरखुरदार खरा, हक हलाल बखोरो खाना, दिल दरियाओ धोवो मैलाना, पीर पछाणे पिस्ती सोई, अजराइल ना दोज ठरा। काया किरदार औरत जाकीना, रंग तमाशे मान हकीना, ना पाक पाक कर हदूर हदीसा, साबत सूरत दस्तार सिरा। मुसलमान मोम दिल होवे, अंतर की मल दिल तै धोवै, दुनिया रंग ना आवै नेड़े, ज्यों कुसुम पाट क्यों पाक हरा। जाको मेहर मेहर मेहरवाना, सोई मर्द मर्द मर्दाना, सोई शेख मशायक हाजी, सो बंदा जिस नजर नरा, कुदरत कादर करण करीमा, सिफत मुहब्बत अथार हीमा, हक हुक्म सच खुदाया, बुझ नानक बंद खलास तरा। भाग हाहा ਧਾਰਮਿਕ ਤੇ ਭਾਈਚਾਰਕ ਰੀਤਾਂ ਰਸਮਾਂ। ਰੀਤਾਂ ਰਸਮਾਂ ਪਹਿਲਾਂ ਭਾਵੇਂ ਕਿਸੇ ਛੋਟੀ ਮੋਟੀ ਲੋੜ ਨੂੰ ਜਾਂ ਕਿਸੇ ਚਾਅ ਮਲ੍ਹਾਰ ਨੂੰ ਪੂਰਾ ਕਰਨ ਵਾਸਤੇ ਸ਼ੁਰੂ ਹੁੰਦੀਆਂ ਹੋਣ, ਪਰ ਸਹਿਜੇ ਇਹ ਆਪਣਾ ਇਤਨਾ ਖਲਾਰਾ ਖਲਾਰ ਲੈਂਦੀਆਂ ਹਨ ਕਿ ਅਨਪੜ੍ਹ ਸਾਦਾ ਦਿਲ ਭੋਲੇ ਭਾਲੇ ਲੋਕਾਂ ਦੁਆਲੇ ਇਹਨਾਂ ਦਾ ਇੱਕ ਜਾਲ ਜਿਹਾ ਬਣ ਜਾਂਦਾ ਹੈ, ਜਿਸ ਵਿੱਚੋਂ ਧਾਰਮਿਕ ਜਾਂ ਭਾਈਚਾਰਕ ਦਬਾਅ ਦੇ ਕਾਰਨ ਲੋਕ ਨਿਕਲ ਨਹੀਂ ਸਕਦੇ। ਉਹ ਰੀਤਾਂ ਰਸਮਾਂ ਹੁਣ ਮਨਪਸੰਦ ਹੋਣ ਜਾਂ ਨਾ ਹੋਣ, ਉਹਨਾਂ ਨੂੰ ਨਿਭਾਉਣ ਵਿੱਚ ਔਖਿਆਈਆਂ ਵੀ ਪਈਆਂ ਹੋਣ, ਪਰ ਉਹਨਾਂ ਦੇ ਰਾਖੇ ਗੁਰੂ ਲੋਕਾਂ ਨੂੰ ਉਹਨਾਂ ਦੇ ਜੂੜੇ ਹੇਠੋਂ ਨਿਕਲ ਨਹੀਂ ਦਿਆ ਕਰਦੇ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਅਜਿਹੀਆਂ ਕਈ ਰੀਤਾਂ ਰਸਮਾਂ ਸਨ, ਕਿਉਂਕਿ ਸਤਿਗੁਰੂ ਜੀ ਨੇ ਮਨੁੱਖ ਜਾਤੀ ਦੇ ਧਾਰਮਿਕ, ਭਾਈਚਾਰਕ ਅਤੇ ਰਾਜਸੀ ਜੀਵਨ ਵਿੱਚੋਂ ਹਰ ਤਰ੍ਹਾਂ ਦੇ ਕੋਝ ਦੂਰ ਕਰਨ ਦੇ ਯਤਨਾਂ ਨੂੰ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਬਣਾਇਆ ਹੋਇਆ ਸੀ। ਉਹ ਇਹਨਾਂ ਰੀਤਾਂ ਰਸਮਾਂ ਨੂੰ ਬੜੇ ਗੌਰ ਨਾਲ ਜਾਂਚ ਰਹੇ ਸਨ। ਕਈ ਰਸਮਾਂ ਨਾਲ ਤਾਂ ਉਹਨਾਂ ਨੂੰ ਆਪ ਵੀ ਛੋਟੀ ਉਮਰ ਤੋਂ ਹੀ ਵਾਹ ਪਿਆ, ਜਿਵੇਂ ਕਿ ਜੰਝੂ ਪਾਉਣ ਦੀ ਰੀਤ। ਮਾਪਿਆਂ ਦਾ, ਸਾਰੇ ਭਾਈਚਾਰੇ ਦਾ ਦਬਾਅ ਹੁੰਦਿਆਂ ਵੀ 9 ਸਾਲ ਦੀ ਉਮਰੇ ਹੀ ਗੁਰੂ ਸਾਹਿਬ ਨੇ ਇਸ ਦੇ ਅੱਗੇ ਲਿਖਣੋਂ ਨਾ ਕਰ ਦਿੱਤੀ। ਇਸੇ ਤਰ੍ਹਾਂ ਸੂਤਕ ਤੇ ਸ਼ਰਾਧ ਦੀਆਂ ਰਸਮਾਂ ਸਨ। ਇਹਨਾਂ ਸਭਨਾਂ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਜੋ ਖਿਆਲ ਆਪਣੀ ਬਾਣੀ ਵਿੱਚ ਜ਼ਾਹਰ ਕੀਤੇ, ਉਹ ਇਸ ਵੇਲੇ ਆਸਾ ਦੀ ਵਾਰ ਵਿੱਚ ਸਲੋਕਾਂ ਦੀ ਸ਼ਕਲ ਵਿੱਚ ਹਨ। ਜਨੇਊ ਦਇਆ ਕਪਾ ਸੰਤੋਖ ਸੂਤ, ਜਤ ਗੰਢੀ 7 ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਸੂਤਕ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ,
ਅੱਖੀਂ ਸੂਤਕ ਵੇਖਣਾ, ਪਰ ਤ੍ਰੇ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ, ਲਾਇਤ ਬਾਰੀ ਖਾਹੇ, ਸਭੋ ਸੂਤਕ ਭਰਮ ਹੈ, ਦੂਜੈ ਲੱਗੈ ਜਾਏ। ਜੰਮਣ ਮਰਨਾ ਹੁਕਮ ਹੈ, ਭਾਣੈ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ, ਦੇ ਤੂਨ ਰਿਜਕ ਸੰਭਾਹੇ। ਸ਼ਰਾਧ ਜੇ ਮੁਹਾਕਾ ਕਰਮ ਹੈ, ਘਰਮ ਪੁੱਤਰੀ ਦੇ, ਅੱਗੇ ਵਸਤ ਸਿਆਣਿਐ, ਪਿਤਰੀ ਚੋਰ ਕਰੇ, ਵੱਡੀਆਂ ਹੱਥ ਦਲਾਲ ਕੇ, ਮੁਸਫੀ ਏ ਕਰੇ। ਮਰਨ ਸਮੇਂ ਦੀਆਂ ਵੀ ਕਈ ਰਸਮਾਂ ਰੀਤਾਂ ਹਨ, ਜਿਨ੍ਹਾਂ ਵਿੱਚੋਂ ਕਈ ਐਸੀਆਂ ਹਨ ਜੋ ਗੁਰੂ ਨਾਨਕ ਸਾਹਿਬ ਦੇ ਦ੍ਰਿਸ਼ਟੀਕੋਣ ਤੋਂ ਮਨੁੱਖਾ ਜੀਵਨ ਉੱਤੇ ਵਾਧੂ ਭਾਰ ਸਨ। ਇਸੇ ਵਾਸਤੇ ਸਤਿਗੁਰੂ ਜੀ ਨੇ ਉਹਨਾਂ ਤੋਂ ਵਰਜਿਆ ਹੈ ਤੇ ਉਹਨਾਂ ਦੇ ਥਾਂ ਚੰਗਾ ਸੁਚੱਜਾ ਰਾਹ ਦੱਸਿਆ ਹੈ। ਇਹਨਾਂ ਸਭ ਰਸਨਾ ਦੀ ਬੀਜ ਮਾਤਰ ਜਾਣ ਪਛਾਣ ਗੁਰਬਾਣੀ ਵਿੱਚੋਂ ਮਿਲਦੀ ਹੈ। ਮਰਨ ਵੇਲੇ ਪ੍ਰਾਣ ਛੱਡ ਰਹੇ ਮਨੁੱਖ ਦੀ ਤਲੀ ਉੱਤੇ ਦੀਵਾ ਰੱਖ ਕੇ ਜਗਾਉਣਾ, ਤਾਂ ਕਿ ਇਸ ਚਾਨਣ ਦੀ ਮਦਦ ਨਾਲ ਉਹ ਪ੍ਰਾਣੀ ਆਪਣੇ ਨਵੇਂ ਅਣਪਛਾਤੇ ਤੇ ਹਨੇਰੇ ਪੈਂਡੇ ਨੂੰ ਤੈਅ ਕਰ ਸਕੇ। ਮਰੇ ਪਿੱਛੋਂ ਉਸ ਦੀ ਖੁਰਾਕ ਲਈ ਪਿੰਡ ਭਰਾਣੇ, ਜਮਾਂ ਦੇ ਆਟੇ ਦੇ ਪੇੜੇ ਪੱਤਰਾਂ ਉੱਤੇ ਰੱਖ ਕੇ ਉਸ ਦੀ ਆਤਮਾ ਨਿਮਿਤ ਅਰਪਣ ਕਰਨੇ, 13 ਦਿਨੀ ਉਸ ਦੀ ਕਿਰਿਆ ਕਰਾਣੀ, 360 ਦੀਵੇ ਬਾਲ ਕੇ ਉਸ ਨੂੰ ਚਾਨਣਾ ਵਿਖਾਣਾ ਕਿ ਉਹ 1 ਸਾਲ ਵਿੱਚ ਇਸ ਚਾਨਣ ਦੀ ਸਹਾਇਤਾ ਨਾਲ ਪਿੱਤਰ ਲੋਕ ਵਿੱਚ ਅੱਪੜ ਜਾਏ। ਸੰਸਕਾਰ ਪਿੱਛੋਂ ਵਧੀਆਂ ਸੜੀਆਂ ਹੋਈਆਂ ਅਸਥੀਆਂ ਫੁੱਲ ਹਰਿਦੁਆਰ ਗੰਗਾ ਦੇ ਜਲ ਵਿੱਚ ਪਾਣੇ, ਤਾਂ ਕਿ ਉਸ ਦੀ ਗਤੀ ਹੋ ਜਾਏ। ਇਹਨਾਂ ਸਾਰੀਆਂ ਰਸਮਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਮਿਲਦਾ ਹੈ। ਪਹਿਲੀ ਉਦਾਸੀ ਸਮੇਂ ਗਿਆ ਤੀਰਥ ਦੇ ਪੰਡਿਆਂ ਨੇ ਜਦੋਂ ਸਤਿਗੁਰੂ ਜੀ ਨੂੰ ਪਿੱਤਰਾਂ ਨਿਮਿਤ ਪਿੰਡ ਭਰਾਉਣ ਲਈ ਆਖਿਆ ਸੀ, ਤਾਂ ਸਤਿਗੁਰੂ ਜੀ ਨੇ ਇਸ ਸਾਰੀ ਮ੍ਰਿਤੂ ਕਿਰਿਆ ਦਾ ਜ਼ਿਕਰ ਕਰਦਿਆਂ ਇੱਕ ਪ੍ਰਭੂ ਨਾਮ ਦੀ ਓਟ ਦੀ ਹਦਾਇਤ ਕੀਤੀ ਸੀ। ਆਸਾ ਮਹੱਲਾ ਪਹਿਲਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਉਹ ਸੋਖਿਆ, ਚੂਕਾ ਜਮ ਸਿਉ ਮੇਲ। ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਏਕ ਠੇ, ਏਕ ਰਤੀ ਲੈ ਪਾ ਰਹਾਓ। ਪਿੰਡ ਪੱਤਲ ਮੇਰੀ ਕੇਸੋਂ, ਕਿਰਿਆ ਸੱਚ ਨਾਮ ਕਰਤਾਰ, ਐਥੈ ਉਥੇ ਆਗੈ ਪਾਛੈ, ਇਹ ਮੇਰਾ ਆਧਾਰ। ਗੰਗ ਬਨਾਰਸ ਸਿਫਤ ਤੁਮਾਰੀ, ਨਾਵੈ ਆਤਮ ਰਾਓ, ਸੱਚਾ ਨਾਵਣ ਤਾਂ ਥੀਐ, ਜਾਂ ਅਹਨਸ ਲਾਗੈ ਪਾਓ। ਇੱਕ ਲੋਕੀ ਹੋਰ ਸ਼ਮਿਸ਼ਰੀ, ਬ੍ਰਾਹਮਣ ਵਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ਼ ਕਾ, ਕਬੂ ਨਿਖੁਟਸ ਨਾਹੀ। ਵਿਛੋੜਾ ਸਦਾ ਦੁਖਦਾਈ ਹੁੰਦਾ ਹੈ। ਮਰੇ ਸੱਜਣ ਦੀ ਜੁਦਾਈ ਪਿਛਲਿਆਂ ਦੇ ਅੰਦਰ ਵੈਰਾਗ ਲਿਆਵੇ ਤੇ ਮਨ ਵਿੱਚ ਖੋਹ ਪੈਦਾ ਕਰੇ। ਇਹ ਇੱਕ ਕੁਦਰਤੀ ਗੱਲ ਹੈ, ਪਰ ਸਹਿਜੇ ਸਹਿਜੇ ਇਹ ਵੈਰਾਗ ਤੇ ਖੋਹ ਵੀ ਵਿਖਾਵੇ ਦਾ ਇੱਕ ਰਿਵਾਜ ਬਣ ਗਿਆ। ਸੱਥਾਂ ਬੰਨ੍ਹ ਕੇ ਜਨਾਨੀਆਂ ਦੇ ਸਿਆਪੇ ਕਰਨੇ, ਮੌਤ ਨੂੰ ਬੇਲੋੜਵੇਂ ਬਹੁਤ ਭਿਆਨਕ ਵਿਖਾਉਣ ਲੱਗ ਪਏ। ਇਹਨਾਂ ਸਿਆਪਿਆਂ ਵਿੱਚ ਪਿੰਡ ਦੀ ਮਰਾਸਣ ਅੱਗੇ ਲੱਗ ਕੇ ਸੁਰ ਵਿੱਚ ਅਲਾਣੀਆਂ ਪੜ੍ਹਦੀ ਹੈ ਤੇ ਸ਼ਰੀਕੇ ਦੀਆਂ ਜ਼ਨਾਨੀਆਂ ਰਲ ਕੇ ਸੁਰ ਤਾਲ ਵਿੱਚ ਹੀ ਪਿੱਟਦੀਆਂ ਹਨ। ਇਸ ਕੋਝੀ ਰੀਤ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਜੋ ਬਾਣੀ ਉਚਾਰੀ ਉਹ ਵਡਹੰਸ ਰਾਗ ਵਿੱਚ ਅਲਾਣੀਆਂ ਦੇ ਸਿਰਲੇਖ ਹੇਠ ਦਰਜ ਹੈ। ਬਾਬਾ ਆਇਆ ਹੈ ਉੱਠ ਚੱਲਣਾ, ਇਹ ਜੱਗ ਝੂਠ ਪਸਾਰੋਵਾ। ਬਾਬਾ ਆਵੋ ਭਾਈਓ ਗਲ ਮਿਲੈ, ਮਿਲ ਮਿਲ ਦੇਹ ਅਸੀਸਾਂ ਹੈ। ਬਾਬਾ ਨਾਂਗੜਾ ਆਇਆ ਜਗ ਮੈਂ, ਦੁੱਖ ਸੁਖ ਲੇਖ ਲਖਾਇਆ। ਭੈ ਰੋਵੇ ਗੁਣਸਾਰ ਸੰਭਾਲੇ, ਕੋ ਮਰੇ ਨਾ ਮੋਇਆ ਨਾਲੇ। ਵਰਤ ਪਹਿਲਾਂ ਪਹਿਲ ਭਾਵੇਂ ਸਰੀਰਕ ਸਿਹਤ ਦੀ ਖਾਤਰ ਚਲਾਏ ਗਏ ਹੋਣ, ਪਰ ਇਹ ਵੀ ਧਾਰਮਿਕ ਅਗਵਾਈ ਹੇਠ ਆ ਕੇ ਕਈ ਵਹਿਮਾਂ ਭਰਮਾਂ ਦਾ ਮੂਲ ਬਣਦੇ ਗਏ। ਹਿੰਦੂ ਇਸਤਰੀਆਂ ਦੇ ਜੀਵਨ ਤਾਂ ਇਹ ਇੱਕ ਖਾਸ ਅੰਗ ਬਣ ਗਏ। ਸੰਗੜ ਦੇਵਤੇ ਦਾ ਵਰਤ, ਮਹਾਲక్ష్ਮੀ ਦਾ ਵਰਤ, ਕਰਵਾ ਚੌਥ ਦਾ ਵਰਤ, ਨੌਰਾਤਰਿਆਂ ਦੇ ਵਰਤ, ਇਕਾਸ਼ੀ ਚੌਦਸ ਦੇ ਵਰਤ, ਮੰਗਲਵਾਰ ਦਾ ਵਰਤ ਅਤੇ ਆਦਿਕ ਕਈ ਵਰਤ ਚੱਲ ਪਏ, ਜਿਨ੍ਹਾਂ ਨੇ ਕਈ ਕਿਸਮ ਦੇ ਫਲਾਂ ਦੀਆਂ ਆਸਾਂ ਦਿਵਾ ਕੇ ਇਸਤਰੀ ਜੀਵਨ ਨੂੰ ਭਰਮਾਂ ਵਹਿਮਾਂ ਦੇ ਜਾਲ ਵਿੱਚ ਕੈਦ ਕਰ ਦਿੱਤਾ। ਇਹਨਾਂ ਵਰਤਾਂ ਦੇ ਦਿਨਾਂ ਦੇ ਵੱਖ-ਵੱਖ ਆਰ ਹਨ ਤੇ ਵੱਖ-ਵੱਖ ਰਸਮਾਂ ਹਨ। ਕਿਤੇ ਤੁਲਹੇ ਬਣਾ ਕੇ ਦੀਵੇ ਪਾਣੀ ਵਿੱਚ ਤਾਰਨੇ,
ਕਿਤੇ ਮੜਿਆਂ ਨੂੰ ਆਟੇ ਦੇ ਬੇਰ ਲਾਣੇ, ਕਿਤੇ ਚੰਦ ਚੜੇ ਤੇ ਪਾਣੀ ਪੀਣਾ ਦੇ ਬੋਲਾਂ ਨਾਲ ਥਾਲ ਵਟਾਣੇ ਅਤੇ ਆਦਿਕ। ਖੁਰਾਕ ਵੀ ਵੱਖ-ਵੱਖ, ਕਿਤੇ ਸੇਵੀਆਂ, ਕਿਤੇ ਫੈਣੀਆਂ, ਕਿਤੇ ਚਰੀ ਦੀ ਚੂਰੀ, ਕਿਤੇ ਸੀਰਾ, ਕਿਤੇ ਸਿਓਲ, ਕਿਤੇ ਫਲ ਆਦਿਕ। ਸਿਹਤ ਦੀ ਖਾਤਰ ਚਲਾਏ ਗਏ ਇਹਨਾਂ ਵਰਤਾਂ ਵਿੱਚੋਂ ਉਪਜੇ ਵਹਿਮਾਂ ਨੂੰ ਹਟਾਉਣ ਲਈ ਸਤਿਗੁਰੂ ਜੀ ਨੇ ਯਤਨ ਕੀਤੇ। ਕਈ ਵਰਤਾਂ ਦਾ ਖਾਸ ਜ਼ਿਕਰ ਕੀਤਾ ਤੇ ਕਈਆਂ ਨੂੰ ਸਮੁੱਚੇ ਤੌਰ ਤੇ ਹੀ ਲਿਆ। ਤੁਲਹੇ ਬਣਾ ਕੇ ਦੀਵੇ ਤਾਰਨੇ। ਰਾਮਕਲੀ ਮਹੱਲਾ ਪਹਿਲਾ। ਸੁਰਤੀ ਸੁਰਤ ਰਲਾਈਏ ਏਤ, ਤਨ ਕਰ ਤੁਲਹਾ ਲੰਘੈ ਜੇਤ। ਅੰਤਰ ਭਾਇ ਤਿਸੇ ਤੂੰ ਰੱਖ, ਐਨਸ ਦੀਵਾ ਬੜੇ ਅਥਾਕ। ਐਸਾ ਦੀਵਾ ਨੀਰ ਤਰਾਏ, ਜਿਤ ਦੀਵੇ ਸਭ ਸੋਝੀ ਪਾਏ ਰਹਾ। ਹਸੀ ਮਿੱਟੀ ਸੋਝੀ ਹੋਏ, ਤਾਕਾ ਕੀਆ ਮਾਨੈ ਸੋਏ। ਕਰਨੀ ਤੇ ਘਰ ਚੱਕੋ ਢਾਲ, ਐਥੇ ਓਥੇ ਨਿਭੀ ਨਾਲ। ਆਪੇ ਨਦਰ ਕਰੇ ਜਾਂ ਸੋਏ, ਗੁਰਮੁਖ ਵਿਰਲਾ ਬੂਝੈ ਕੋਏ। ਤਿਤ ਘਟ ਦੀਵਾ ਨਿਹਚਲ ਹੋਏ, ਪਾਣੀ ਮਰੇ ਨਾ ਬੁਝਾਇਆ ਜਾਏ। ਐਸਾ ਦੀਵਾ ਨੀਰ ਤਰਾਏ। ਡੋਲੇ ਵਾਓ ਨਾ ਵੱਡਾ ਹੋਏ, ਜਾਪੇ ਜਿਉ ਸਿੰਘਾਸਣ ਲੋਏ। ਖੱਤਰੀ ਬ੍ਰਾਹਮਣ ਸ਼ੂਦ ਕੇ ਵੈਸ, ਨਿਰਤ ਨ ਪਾਈਏ ਗੁਣੀ ਸਹੰਸ। ਐਸਾ ਦੀਵਾ ਬਾਲੇ ਕੋਏ, ਨਾਨਕ ਸੋ ਪਰੰਗਤ ਹੋਏ। ਇਕਾਸ਼ੀ ਦੁਆਸੀ ਦੇ ਵਰਤ। ਬਿਲਾਵਲ ਮਹੱਲਾ ਪਹਿਲਾ। ਥਿਤੀ ਘਰ ਦਸਵਾਂ। ਇਕਾਸ਼ੀ ਇਕ ਹਿਰਦੇ ਵਸਾਵੈ, ਹਿੰਸਾ ਮਮਤਾ ਮੋਹ ਚੁਕਾਵੈ। ਫਲ ਪਾਵੇ ਬ੍ਰਤ ਆਤਮ ਚੀਨੈ, ਪਖੰਡ ਰਾਜ ਤਤ ਨਹੀਂ ਬੀਨੈ। ਨਿਰਮਲ ਨਿਰਾਹਾਰ ਨਿਹ ਕੇਵਲ, ਸੂਚੈ ਸਾਚ ਨ ਲਾਗੇ ਮਲ। ਦੁਆਦਸ਼ੀ ਦਇਆ ਦਾਨ ਕਰ ਜਾਣੇ, ਬਾਹਰ ਜਾਤੋ ਭੀਤਰ ਆਣੈ। ਵਰਤੀ ਵਰਤ ਰਹੇ ਨਿਹ ਕਾਮ, ਅਜੱਪਾ ਜਾਪ ਜਪੇ ਮੁਖ ਨਾਮ। ਤੀਨ ਭਵਨ ਮੈਂ ਏਕੋ ਜਾਣੈ, ਸਭ ਸੁਚ ਸੰਜਮ ਸਾਚ ਪਛਾਣੇ। ਦੇਵੀ ਦੇਵਤਿਆਂ ਦੀ ਖਾਸ ਖਾਸ ਸਵਾਰੀ ਮੰਨੀ ਗਈ ਹੈ, ਜਿਵੇਂ ਗਣੇਸ਼ ਦੀ ਸਵਾਰੀ ਚੂਹਾ, ਬ੍ਰਹਮਾ ਦੀ ਸਵਾਰੀ ਹੰਸ, ਸ਼ਿਵ ਦੀ ਸਵਾਰੀ ਚਿੱਟਾ ਬਲਦ, ਦੁਰਗਾ ਦੀ ਸਵਾਰੀ ਸ਼ੇਰ। ਇਸੇ ਤਰ੍ਹਾਂ ਸੀਤਲਾ ਦੀ ਸਵਾਰੀ ਖੋਤਾ। ਸੀਤਲਾ ਦੇ ਕਰੋਪ ਤੋਂ ਬਚਣ ਲਈ ਵੀ ਅਹੋਈ ਵਰਤ ਰੱਖਿਆ ਜਾਂਦਾ ਹੈ। ਇਸ ਤੋਂ ਵਰਜਣ ਲਈ ਕਬੀਰ ਜੀ ਇਉਂ ਜ਼ਿਕਰ ਕਰਦੇ ਹਨ। ਕਬੀਰ ਹਰਿ ਕਾ ਸਿਮਰਨ ਛੱਡ ਕੈ, ਅਹੋਈ ਰਾਖੈ ਨਾਰ। ਗਦਹੀ ਹੋਇ ਕੈ ਉਤਰੈ, ਭਾਰ ਸਹੈ ਮਨ ਚਾਰ। ਇਹਨਾਂ ਭਰਮਾਂ ਵਹਿਮਾਂ ਨੇ ਭਾਰਤ ਦੀ ਇਸਤਰੀ ਜਾਤੀ ਨੂੰ ਘੋਰ ਭਿਆਨਕ ਨਿਗਰ ਦੀ ਦਸ਼ਾ ਵਿੱਚ ਅਪੜਾ ਦਿੱਤਾ। ਸਾਡੇ ਦੇਸ਼ ਵਿੱਚ ਅਨਪੜ੍ਹਤਾ ਦੇ ਕਾਰਨ ਬੇਅੰਤ ਜਹਾਲਤ ਹੈ। ਪਿੰਡਾਂ ਵਿੱਚ ਤਾਂ ਹਨੇਰ ਮੱਚਿਆ ਪਿਆ ਹੈ। ਮੁੱਲਾ ਮੁਲਾਣੇ ਕਈ ਤਰ੍ਹਾਂ ਦੇ ਤਵੀਤ ਜਾਦੂ ਟੂਣੇ ਬਣਾ ਬਣਾ ਕੇ ਦਿੰਦੇ ਹਨ। ਮੁੱਲਾ ਮੁਲਾਣਿਆਂ ਦੀ ਇਸ ਘਿਰਣਤ ਕਰਤੂਤ ਬਾਰੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਜ਼ੋਰਦਾਰ ਲਫ਼ਜ਼ਾਂ ਵਿੱਚ ਆਖਿਆ ਸੀ। ਸ਼ਲੋਕ ਮਹੱਲਾ ਪਹਿਲਾ। ਧ੍ਰਿਗ ਤਿੰਨਾਂ ਕਾ ਜੀਵਿਆ, ਜੇ ਲਿਖ ਲਿਖ ਵੇਚੈ ਨਾਉ। ਖੇਤੀ ਜਿਨ ਕੀ ਉਜੜੈ, ਖਲਵਾੜੇ ਕਿਆ ਥਾਉ। ਸੱਚੇ ਸਰਮੇ ਬਾਹਰੇ, ਅੱਗੇ ਲਹੇ ਨਾ ਦਾਦ। ਅਕਲ ਇਹ ਨਾ ਆਖੀਐ, ਅਕਲ ਗਵਾਈਐ ਬਾਦ। ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ। ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਨਾਨਕ ਆਖੇ ਰਾਏ, ਹੋਰ ਗੱਲਾਂ ਸ਼ੈਤਾਨ। ਸਾਰੰਗ ਕੀ ਵਾਰ। ਜਿਨ੍ਹਾਂ ਔਰਤਾਂ ਦੇ ਘਰ ਸੰਤਾਨ ਨਹੀਂ ਹੁੰਦੀ, ਆਮ ਤੌਰ ਤੇ ਉਹੀ ਇਹ ਜਾਦੂ ਤਵੀਤ ਕਰਾਂਦੀਆਂ ਫਿਰਦੀਆਂ ਹਨ। ਇੱਥੋਂ ਤੱਕ ਨਿਗਰਦੀਆਂ ਹਨ ਕਿ ਸੰਤਾਨਹੀਨ ਤ੍ਰੀਮਤ ਮਸਾਨ ਭੂਮੀ ਵਿੱਚ ਜਾ ਕੇ ਕਿਸੇ ਨਵੇਂ ਸੜ ਰਹੇ ਮੁਰਦੇ ਦੀ ਚਿਖਾ ਕੋਲ ਖਾਸ ਟੂਣਾ ਆਦਿ ਕਰਕੇ ਨੰਗੀ ਨਹਾ ਕੇ ਰੋਟੀ ਪਕਾ ਕੇ ਖਾਂਦੀ ਹੈ। ਇਸ ਸਾਰੇ ਚੰਦਰੇ ਕਰਤੱਵ ਦੇ ਮਨੋਰਥ ਹੁੰਦੇ ਹਨ। ਜਿਸ ਦੀ ਚਿਖਾ ਪਾਸ ਇਹ ਟੂਣਾ ਕੀਤਾ ਜਾ ਰਿਹਾ ਹੈ, ਉਹਨਾਂ ਦੇ ਬਾਲ ਬੱਚੇ ਮਰ ਜਾਣ ਤੇ ਦੂਜਾ ਟੂਣਾ ਕਰਨ ਵਾਲੀ ਦੇ ਘਰ ਔਲਾਦ ਹੋ ਪਏ। ਕਬੀਰ ਜੀ ਇਸ ਚੰਦਰੀ ਕਰਤੂਤ ਦੀ ਜ਼ੋਰ ਨਾਲ ਨਿਖੇਧੀ ਕਰਦੇ ਹਨ। ਕਬੀਰ ਹਰਿ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ। ਸਰਪਨ ਹੋਏ ਕੈ ਔਤਰੈ, ਜਾਏ ਆਪਣੇ ਖਾਏ। ਵਿਆਹ ਸ਼ਾਦੀਆਂ। ਵਿਆਹਾਂ ਸਮੇਂ ਵਿਆਹ ਵਾਲੀ ਕੁੜੀ ਤੇ ਮੁੰਡੇ ਦੋਹਾਂ ਦੇ ਘਰੀ ਮਾਪੇ ਬੜੇ ਚਾਅ ਨਾਲ ਹਫ਼ਤਾ ਹਫ਼ਤਾ 2-2 ਹਫ਼ਤੇ ਗਾਉਣ ਬਿਠਾਉਂਦੇ ਹਨ। ਸ਼ਰੀਕੇ ਬਰਾਦਰੀ ਦੀਆਂ ਤੇ ਆਂਢ ਗੁਆਂਢ ਦੀਆਂ ਜਨਾਨੀਆਂ ਤੇ ਕੁੜੀਆਂ ਰਲ ਕੇ ਗਾਉਂਦੀਆਂ ਹਨ। ਕੁੜੀ ਵਾਲੇ ਘਰ ਸੁਹਾਗ ਵੀ ਗਾਏ ਜਾਂਦੇ ਹਨ
ਤੇ ਮੁੰਡੇ ਵਾਲੇ ਘਰ ਜਨਾਨੀਆਂ ਮਿਲ ਕੇ ਘੋੜੀਆਂ ਗਾਉਂਦੀਆਂ ਹਨ। ਵਿਆਹ ਤੋਂ 3 ਦਿਨ ਪਹਿਲਾਂ ਕੁੜੀ ਨੂੰ ਮਾਈਏ ਪਾਇਆ ਜਾਂਦਾ ਹੈ। ਚਾਚੀਆਂ, ਤਾਈਆਂ ਤੇ ਭਰਜਾਈਆਂ ਲੜਕੀ ਦੇ ਸਿਰ ਤੇਲ ਪਾਉਂਦੀਆਂ ਹਨ ਤੇ ਅਸੀਸਾਂ ਦੇ ਗੀਤ ਵੀ ਗਾਉਂਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਨੇ ਵਿਆਹ ਦੇ ਇਸ ਸੁਹਾਵਣੇ ਸਮੇਂ ਨੂੰ ਜੀਵ ਇਸਤਰੀ ਦੇ ਪਰਮਾਤਮਾ ਪਤੀ ਨਾਲ ਮੇਲ ਵਿੱਚ ਅਲੰਕਾਰ ਦੇ ਤੌਰ ਤੇ ਵਰਤਿਆ ਹੈ। ਗਿਆਨ ਇੰਦਰੀਆਂ ਨੂੰ ਸਹੇਲੀਆਂ ਆਖ ਕੇ ਪ੍ਰੇਰਨਾ ਕੀਤੀ ਹੈ ਕਿ ਪ੍ਰਭੂ ਪਤੀ ਮੇਰੇ ਹਿਰਦੇ ਵਿੱਚ ਆਇਆ ਹੈ, ਇਸ ਵਾਸਤੇ ਤੁਸੀਂ ਮਿਲ ਕੇ ਸੁਹਾਗ ਗਾਓ। ਆਸਾ ਮਹੱਲਾ ਪਹਿਲਾ। ਕਰ ਕਿਰਪਾ ਆਪਣੇ ਘਰ ਆਇਆ, ਤਾਂ ਮਿਲ ਸਖੀਆਂ ਕਾਜ ਰਚਾਇਆ। ਖੇਲ ਦੇਖ ਮਨ ਆਨੰਦ ਭਇਆ, ਸ਼ਾਹ ਵਿਆਹਣ ਆਇਆ। ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਘਰ ਆਇਆ ਜਗ ਜੀਵਨ ਪਤਾਰ ਰਹਾ। ਪਿਓ ਆਪਣੀ ਲੜਕੀ ਨੂੰ ਜਵਾਨ ਹੋਈ ਵੇਖ ਕੇ ਕੋਈ ਵਰ ਘਰ ਢੂੰਡਦਾ ਹੈ। ਫਿਰ ਲੜਕੇ ਵਾਲਿਆਂ ਨਾਲ ਮਿਲ ਕੇ ਪੰਡਤ ਪਾਸੋਂ ਵਿਆਹ ਦਾ ਸਾਹਾ ਸੁਧਾਉਂਦਾ ਹੈ। ਜਦੋਂ ਚਾਚੀਆਂ ਤਾਈਆਂ ਰਲ ਕੇ ਸੁਹਾਗ ਗਾਉਂਦੀਆਂ ਹਨ ਤਾਂ ਬੜੇ ਬੈਰਾਗ ਭਰੇ ਗੀਤਾਂ ਦੇ ਰਾਹੀਂ ਆਉਣ ਵਾਲੇ ਵਿਛੋੜੇ ਦਾ ਨਕਸ਼ਾ ਬੰਨ੍ਹਦੀਆਂ ਹਨ। ਲੜਕੀ ਵੱਲੋਂ ਹੋ ਕੇ ਆਖਦੀਆਂ ਹਨ, ਹੇ ਅੰਮੜੀਏ, ਮੇਰੇ ਬਾਬਲ ਨੇ ਮੇਰਾ ਵਰ ਘਰ ਬੜੀ ਦੂਰ ਜਾ ਲੱਭਾ ਹੈ। ਜਿਸ ਘਰ ਵਿੱਚ ਇਤਨੇ ਲਾਡਾਂ ਪਿਆਰਾਂ ਨਾਲ ਪਲੀ ਸਾਂ, ਹੁਣ ਉੱਥੇ ਮੈਂ ਪ੍ਰਾਹੁਣੀ ਹੋ ਗਈ ਹਾਂ। ਵੈਰਾਗ ਦਾ ਇਹ ਸਾਰਾ ਨਕਸ਼ਾ ਗੁਰੂ ਨਾਨਕ ਸਾਹਿਬ ਜੀ ਨੇ ਜੀਵ ਇਸਤਰੀ ਦੇ ਇਸ ਪੇਕੇ ਘਰ ਜਗਤ ਤੋਂ ਤੁਰਨ ਸਮੇਂ ਨਾਲ ਮਿਲਾ ਕੇ ਖਿੱਚਿਆ ਹੈ। ਸੂਹੀ ਸ਼ੰਤ ਮਹੱਲਾ ਪਹਿਲਾ। ਭਰ ਜੋਬਨ ਮੈਂ ਮਤ, ਪਈੜੇ ਘਰ ਪਹੁਣੀ ਬਲਰਾਮ ਜੀਓ। ਬਾਬਾ ਮੈਂ ਵਰ ਦੇ, ਹਰ ਵਰ ਭਾਵੇ ਤਿਸ ਕੀ ਬਲਰਾਮ ਜੀਓ। ਬਾਬਾ ਲਗਨ ਗਣਾਏ, ਹੰਬੀ ਬੰਨਾ ਸਹੁਰੇ ਬਲਰਾਮ ਜੀਓ। ਸਾਹਾ ਹੁਕਮ ਰਜਾਏ, ਸੋ ਨਾ ਟਲੇ, ਜੋ ਪ੍ਰਭ ਕਰੇ ਬਲਰਾਮ ਜੀਓ। ਬਾਵਲ ਦਿੱਤੜੀ ਦੂਰ, ਨਾ ਆਵੇ ਘਰ ਪਈਏ ਬਲਰਾਮ ਜੀਓ। ਲੜਕੀ ਦੇ ਮਾਈਏ ਪੈਣ ਦੀ ਰੀਤ ਰਸਮ ਇਹ ਦੱਸਦੀ ਹੈ ਕਿ ਹੁਣ ਇਹ ਬੱਚੀ ਇਸ ਘਰ ਵਿੱਚ 3 ਦਿਨਾਂ ਦੀ ਪ੍ਰਾਹੁਣੀ ਹੈ। ਵੈਰਾਗ ਭਰੇ ਗਲੇ ਨਾਲ ਚਾਚੀਆਂ ਤਾਈਆਂ ਆਉਣ ਵਾਲੇ ਜੀਵਨ ਦੇ ਚੰਗੇ ਹੋਣ ਲਈ ਅਸੀਸਾਂ ਦਿੰਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਨੇ ਜੀਵ ਇਸਤਰੀ ਦੇ ਪੇਕਾ ਘਰ ਜਗਤ ਤੋਂ ਤੁਰਨ ਦਾ ਸਮਾਂ ਅੱਖਾਂ ਅੱਗੇ ਲਿਆਂਦਾ ਹੈ। ਸਤ ਸੰਗੀ ਸਹੇਲੀਆਂ ਨੂੰ ਪ੍ਰੇਰਨਾ ਕੀਤੀ ਹੈ ਕਿ ਜਿਵੇਂ ਹਰੇਕ ਜਵਾਨ ਕੁੜੀ ਦਾ ਪਹੁੰਚਾ ਆਉਂਦਾ ਹੈ, ਉਸੇ ਤਰ੍ਹਾਂ ਮੇਰਾ ਵੀ ਆਉਣਾ ਹੈ। ਤੁਸੀਂ ਰਲ ਕੇ ਅਸੀਸਾਂ ਦੇਵੋ ਕਿ ਮੇਰਾ ਪਰਮਾਤਮਾ ਪਤੀ ਨਾਲ ਮੇਲ ਹੋ ਜਾਏ। ਗੌੜੀ ਦੀਪਕੀ ਮਹੱਲਾ ਪਹਿਲਾ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਹਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰਿੰਜੇ ਸੋਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੁ ਸੱਜਣ ਅਸੀਸੜੀਆਂ ਜਿਉ ਹੋਵੈ ਸਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣਹਾਰਾ ਸਿਮਰਿਐ, ਨਾਨਕ ਸੇ ਦੇ ਆਵਨ। ਲਾੜਾ ਜੰਝ ਬਣਾ ਕੇ ਲਿਆਉਂਦਾ ਹੈ ਤੇ ਬੜੇ ਵਾਜਿਆਂ ਗਾਜਿਆਂ ਨਾਲ ਵਿਆਹ ਹੁੰਦਾ ਹੈ। ਇਸ ਵੱਲ ਵੀ ਇਸ਼ਾਰਾ ਕਰਦੇ ਹਨ। ਗੁਣ ਜੰਝ ਲਾੜੇ ਨਾਲ ਸੋ ਹੈ, ਪਰਖ ਮੋਹਣੀਆਂ ਲਿਆ, ਵਿਆਹ ਹੋਵਾ ਸੋ ਬਸੇਤੀ। ਵਿਆਹੀ ਕੁੜੀ ਨੂੰ ਡੇਲੇ ਵਿੱਚ ਪਾਉਣ ਲੱਗੀ ਮਾਂ ਵਿਛੋੜਾ ਤੱਕ ਕੇ ਰੋਂਦੀ ਹੈ। ਤਿਵੇਂ ਹੀ ਜੀਵ ਇਸਤਰੀ ਦਾ ਪ੍ਰਭੂ ਪਤੀ ਨਾਲ ਮੇਲ ਹੋਣ ਤੇ ਉਹ ਮਾਇਆ ਜੋ ਸਦਾ ਘੇਰੀ ਰੱਖਦੀ ਸੀ, ਹੁਣ ਨਿਰਾਸ਼ ਹੋ ਕੇ ਆਪਣੇ ਅਸਰ ਹੇਠੋਂ ਨਿਕਲ ਕੇ ਵਿਛੜਦੀ ਜੀਵ ਇਸਤਰੀ ਨੂੰ ਤੱਕ ਕੇ ਮਾਨੋ ਰੋਂਦੀ ਹੈ। ਮਾਏ ਨਿਰਾਸੀ ਰੋਏ ਵਿਛੁੰਨੀ, ਬਾਲੀ ਬਾਲੈ ਹੇਤੇ। ਭਾਗ ਕੱਕਾ। ਕੁਦਰਤ ਨਾਲ ਡੂੰਘੀ ਸਾਂਝ। ਜਿਨ੍ਹਾਂ ਨੂੰ ਵੇਖਣ ਵਾਲੀਆਂ ਅੱਖਾਂ ਮਿਲੀਆਂ ਹੁੰਦੀਆਂ ਹਨ, ਉਹਨਾਂ ਨੂੰ ਪ੍ਰੋਫੈਸਰ ਪੂਰਨ ਸਿੰਘ ਦੇ ਲਫ਼ਜ਼ਾਂ ਵਿੱਚ ਰਾਹੀਂ ਰਾਹੀਂ ਖੜਾ, ਥਾਈਂ ਥਾਈਂ ਖੜਾ, ਕੁਦਰਤ ਦਾ ਸਾਈਂ ਉਚਾਈ ਵੱਲ ਆਵਾਜ਼ਾਂ ਪਿਆ ਮਾਰਦਾ ਹੈ। ਗੁਰੂ ਨਾਨਕ ਸਾਹਿਬ ਨੇ ਉਹਨਾਂ ਹੀ ਸੁਭਾਗ ਅੱਖਾਂ ਨਾਲ ਸਿਰਜਣਹਾਰ ਨੂੰ ਕੁਦਰਤ ਵਿੱਚ ਵੇਖਿਆ ਤੇ ਵੈਦ ਵਿੱਚ ਆ ਕੇ ਬੋਲ ਉੱਠੇ, ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਿਉਂ-ਜਿਉਂ ਗੁਰਬਾਣੀ ਨੂੰ ਇਸ ਦ੍ਰਿਸ਼ਟੀਕੋਣ ਤੋਂ ਪੜ੍ਹੀਏ, ਹੈਰਾਨ ਹੋਈ ਜਾਈਦਾ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਜ਼ਰੇ ਜ਼ਰੇ ਵਿੱਚ ਵਸਦੇ ਪ੍ਰੀਤਮ ਪ੍ਰਭੂ ਵੱਲੋਂ ਪਿਆਰ ਦੇ ਸੱਦੇ ਆ ਰਹੇ ਸਨ। ਕਿਵੇਂ ਕੁਦਰਤ ਨਾਲ ਉਹਨਾਂ ਡੂੰਘੀ ਸਾਂਝ ਪਾਈ ਹੋਈ ਸੀ। ਉਹਨਾਂ ਦੀਆਂ ਅੱਖਾਂ ਨਾਲ ਤੱਕ ਕੇ ਵੇਖੀਏ
ਤਾਂ ਨੂਰ ਹੀ ਨੂਰ ਕਾਦਰ ਨੂੰ ਉਸ ਦੀ ਬਣਾਈ ਹਵਾ ਚੌਰ ਝੁਲਾ ਰਹੀ ਹੈ ਤੇ ਸਾਰੀ ਬਨਸਪਤੀ ਉਸ ਨੂੰ ਵੰਨ ਸੁਵੰਨੇ ਫੁੱਲ ਭੇਟਾ ਕਰ ਰਹੀ ਹੈ। ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ। ਚੰਦ ਤੇ ਸੂਰਜ ਵੱਲ ਤਾਂ ਭਲਾ ਹਰੇਕ ਦੀ ਨਿਗਾਹ ਪੈਂਦੀ ਹੈ। ਆਕਾਸ਼ ਵਿੱਚ ਨਿੰਮੀ ਨਿੰਮੀ ਲੋ ਦੇਣ ਵਾਲੇ ਤਾਰੇ ਵੀ ਸਤਿਗੁਰੂ ਜੀ ਨੂੰ ਪ੍ਰਭੂ ਪ੍ਰੀਤ ਦਾ ਸੱਦਾ ਦੇ ਰਹੇ ਹਨ। ਅੰਮ੍ਰਿਤ ਵੇਲੇ ਦੀ ਤਰੇਲ ਭਿੰਨੀ ਤੇ ਨਿਖਰੀ ਹੋਈ ਰਾਤ ਤੇ ਉਸ ਵਿੱਚ ਡੁੱਲ ਡੁੱਲ ਕਰਦੇ ਤਾਰਿਆਂ ਦਾ ਦ੍ਰਿਸ਼ ਗੁਰੂ ਨਾਨਕ ਸਾਹਿਬ ਜੀ ਵਾਸਤੇ ਹਰ ਰੋਜ਼ ਸਰੂਰ ਦਾ ਕਾਰਨ ਬਣਦਾ ਹੈ, ਕਿਉਂਕਿ ਉਸ ਵੇਲੇ ਉਹ ਇਸ ਸੁੰਦਰ ਕਾਇਨਾਤ ਦੇ ਕਰਤਾਰ ਦੀ ਯਾਦ ਵਿੱਚ ਜੁੜ ਬੈਠਦੇ ਹਨ ਤੇ ਸ਼ੁਕਰ ਸ਼ੁਕਰ ਦੀ ਲਹਿਰ ਵਿੱਚ ਇਉਂ ਗਾਉਂਦੇ ਹਨ, ਭਿੰਨੀ ਰਹਿਣ ਜਿੰਨਾ ਮਨ ਚਾਓ। ਸਤਿਗੁਰੂ ਨਾਨਕ ਸਾਹਿਬ ਆਪਣੀ ਉਮਰ ਦੇ ਅਖੀਰਲੇ 18 ਸਾਲ ਰਾਵੀ ਦੇ ਕੰਢੇ ਕਰਤਾਰਪੁਰ ਰਹੇ। ਪਤਨ ਦਾ ਲਾਗਾ ਹੋਣ ਕਰਕੇ ਗਰਮੀਆਂ ਦੀ ਬਹਾਰੇ ਝੱਖੜ ਹਨੇਰੀਆਂ ਵਿੱਚ ਬੇੜੀਆਂ ਦਾ ਹੜ੍ਹ ਆਏ ਦਰਿਆ ਦੇ ਤੇਜ਼ ਵਗਦੇ ਪਾਣੀਆਂ ਵਿੱਚ ਡੱਕੋ ਡੋਲੇ ਖਾਣਾ ਉਹ ਨਿੱਤ ਤੱਕਦੇ ਸਨ। ਅਜਿਹੇ ਖਜ਼ਰਿਆਂ ਵਿੱਚੋਂ ਵੀ ਬੇੜੀ ਨੂੰ ਮਲਾਹਾਂ ਦਾ ਪਾਰ ਲੰਘਾ ਲੈਣਾ ਸਤਿਗੁਰੂ ਜੀ ਨੂੰ ਵਿਕਾਰਾਂ ਦੀਆਂ ਠਿੱਲਾਂ ਭਰੇ ਸੰਸਾਰ ਸਮੁੰਦਰ ਵਿੱਚੋਂ ਜੀਵਨ ਨਈਆ ਦੇ ਪਾਰ ਲੰਘਾਉਣ ਦੀ ਜਾਚ ਦਾ ਸੁਨੇਹਾ ਦਿੰਦਾ ਸੀ। ਉਹ ਸੁਨੇਹਾ ਡੋਲਦੇ ਮਨਾਂ ਨੂੰ ਉਹਨਾਂ ਇਉਂ ਸੁਣਾਇਆ, ਝੜ ਝੱਖੜ ਉਹਾੜ ਲਹਿਰੀ ਵਹਿਣ ਲਖੇਸਰੀ, ਸਤਿਗੁਰ ਨੂੰ ਅਲਾਏ ਬੇੜੇ ਡੁੱਬਣ ਨਾਹੇ ਪਾਓ। ਸ਼ਲੋਕ 12 ਤੇ ਵਧੀਕ। ਜ਼ਿਲ੍ਹਾ ਗੁਰਦਾਸਪੁਰ ਦੇ ਲਾਗੇ ਲਾਗੇ ਰਾਵੀ ਦੇ ਕੰਢੇ ਦੀ ਭੋਂ ਅੰਬਾਂ ਦੇ ਬੂਟਿਆਂ ਵਾਸਤੇ ਬੜੀ ਫੱਬਵੀਂ ਹੈ। ਉਸ ਇਲਾਕੇ ਵਿੱਚ ਵੇਖੋ ਬਾਗਾਂ ਦੇ ਬਾਗ ਲੱਗੇ ਪਏ ਹਨ। ਬਸੰਤ ਰੁੱਤੇ ਉਹਨਾਂ ਅੰਬਾਂ ਉੱਤੇ ਬੈਠੀ ਕੋਇਲ ਦੀ ਮਸਤ ਆਵਾਜ਼ ਭਲਾ ਕੁਦਰਤ ਦੇ ਕਾਦਰ ਦੇ ਰਸੀਏ ਗੁਰੂ ਨਾਨਕ ਪਾਤਸ਼ਾਹ ਨੂੰ ਕਿਵੇਂ ਨਾ ਟੁੰਬ ਜਗਾਵੇ। ਤੜਫ ਜਹੀ ਵਿੱਚ ਆਖਦੇ ਹਨ, ਮੈਂ ਵੀ ਜੇ ਕੋਕਿਲ ਹੋਵਾਂ ਅੰਬ ਬਸਾਂ, ਸਹਿਜ ਸ਼ਬਦ ਵਿਚਾਰ, ਸਹਿਜ ਸੁਭਾਏ ਮੇਰਾ ਸ਼ਾਹ ਮਿਲੇ, ਦਰਸ਼ਨ ਰੂਪ ਅਪਾਰ ਗੌੜੀ। ਸਾਵਣ ਭਾਦਰੋਂ ਦੇ ਮਹੀਨੀ ਪਹਿਰ ਰਾਤ ਰਹਿੰਦੀ ਦਾ ਉੱਠ ਕੇ ਗਿਆ ਹਲ ਵਾਹਕ, ਦੁਪਹਿਰ ਵੇਲੇ ਆ ਕੇ ਨਹਾ ਧੋ ਕੇ ਰੋਟੀ ਖਾ ਕੇ ਆਪਣੀ ਮੰਜੀ ਇਨ੍ਹਾਂ ਅੰਬਾਂ ਹੇਠ ਲਿਆ ਡਾਉਂਦਾ ਹੈ ਤੇ ਮਿੱਠੀ ਛਾਂ ਤੇ ਠੰਡੀ ਪੌਣ ਦੇ ਹੁਲਾਰਿਆਂ ਵਿੱਚ ਮਸਤ ਹੋ ਕੇ ਸੌਂ ਜਾਂਦਾ ਹੈ। ਮਿਹਨਤੀ ਕਿਸਾਨ ਦੀ ਇਸ ਹੱਕ ਦੀ ਕਮਾਈ ਹੋਈ ਸੁੱਖ ਨੀਂਦ ਨੂੰ ਤੱਕ ਕੇ ਸਤਿਗੁਰੂ ਜੀ ਆਖਦੇ ਹਨ, ਜਿਨ੍ਹਾਂ ਜੀਵ ਸਹੇਲੀਆਂ ਨੇ ਸ਼ਹਿ ਪ੍ਰਭੂ ਨੂੰ ਹਿਰਦੇ ਸੇਜ ਤੇ ਬਿਠਾਇਆ ਹੈ, ਉਹ ਵੀ ਮਾਨੋ ਅੰਬਾਂ ਦੀ ਮਿੱਠੀ ਛਾਂ ਦੀ ਮੌਜ ਮਾਣ ਰਹੀਆਂ ਹਨ। ਜਿੰਨੀ ਸਖੀ ਸ਼ਹਿਰਾਵਿਆ ਸੇ ਅੰਬੀ ਛਾਵੜੀਆ ਜੀਓ। ਧਰਤੀ ਦਾ ਸਰਦਾਰ ਪੰਛੀ ਮੋਰ ਬਾਗਾਂ ਦੀ ਰਹਿائش ਨੂੰ ਵਧੀਕ ਚਾਹੁੰਦਾ ਹੈ। ਜਿੱਥੇ ਅੰਬਾਂ ਦੇ ਬਾਗ ਉੱਥੇ ਮੋਰਾਂ ਦੀਆਂ ਪਹਿਲਾਂ। ਇਹ ਕੁਦਰਤ ਮੇਲ ਨੇ ਹੀ ਬਣਾ ਰੱਖਿਆ। ਬਸੰਤ ਰੁੱਤੇ ਅੰਬਾਂ ਦੇ ਬੂਰ ਦੀ ਮਹਿਕ ਕੋਇਲ ਨੂੰ ਧੂਪ ਪਾਉਂਦੀ ਹੈ ਤੇ ਉਹ ਬੂਟੇ ਬੂਟੇ ਉੱਤੇ ਬੈਠਦੀ ਬਿਰਹੋਂ ਦੇ ਸੱਦ ਪਈ ਦਿੰਦੀ ਹੈ। ਸਾਵਣ ਦੇ ਮਹੀਨੇ ਜਦੋਂ ਬੱਦਲਾਂ ਦੀਆਂ ਕਾਲੀਆਂ ਘਟਾ ਚੜ੍ਹਦੀਆਂ ਹਨ ਤਾਂ ਉਹ ਮੋਰਾਂ ਉੱਤੇ ਮਸਤੀ ਲੈ ਆਉਂਦੀਆਂ ਹਨ। ਬਾਗਾਂ ਵਾਲੀ ਧਰਤੀ ਦੇ ਵਸਨੀਕ ਸਤਿਗੁਰ ਨੂੰ ਸਾਵਣ ਦੀਆਂ ਘਟਾਂ ਵਿੱਚ ਮੋਰਾਂ ਦਾ ਨਾਚ ਬਿਰਹੋਂ ਦੇ ਹੁਲਾਰੇ ਵਿੱਚ ਲੈ ਆਉਂਦਾ ਹੈ। ਉਹ ਵੀ ਆਪਣੇ ਮਨ ਨੂੰ ਆਖਦੇ ਹਨ, ਸਾਵਣ ਸਰਸ ਮਨਾ ਘਾਣ ਵਰਸੈ ਰੁੱਤ ਆਏ ਤੁਖਾਰੀ। ਮੋਰੀ ਰੋਣ ਝੁਣ ਲਾਇਆ ਭੈਣੇ ਸਾਵਣ ਆਇਆ ਵਡਹੰਸ। ਕਰਤਾਰਪੁਰ ਡੁੱਗਰ ਦੇ ਨੇੜੇ ਹੀ ਹੈ। ਸਾਵਣ ਦਾ ਮਹੀਨਾ ਇਸ ਇਲਾਕੇ ਲਈ ਅਜੀਬ ਸੁਹਾਵਣਾ ਹੁੰਦਾ। ਬੱਦਲਾਂ ਦਾ ਝੁਕ ਝੁਕ ਕੇ ਆਉਣਾ ਰਸੀਏ ਮਨਾਂ ਨੂੰ ਕਿਵੇਂ ਨਾ ਧਰੂ ਪਾਏ ਫਰਮਾਉਂਦੇ ਹਨ। ਊਨਵ ਘਨ ਛਾਏ ਬਰਸ ਸੁਭਾਏ ਮਨ, ਤਨ ਪ੍ਰੇਮ ਸੁਖਾਵੈ, ਨਾਨਕ ਵਰਸੈ ਅੰਮ੍ਰਿਤ ਬਾਣੀ, ਕਰ ਕਿਰਪਾ ਘਰ ਆਵੇ ਤੁਖਾਰੀ। ਤੁਖਾਰੀ ਰਾਗ ਵਿੱਚ ਲਿਖਿਆ 12ਵਾਂ ਪੜ੍ਹ ਕੇ ਵੇਖੋ। ਕਿਸੇ ਵੀ ਰੁੱਤ ਦਾ ਕੁਦਰਤੀ ਕੌਤਕ ਗੁਰੂ ਨਾਨਕ ਸਾਹਿਬ ਜੀ ਦੀਆਂ ਨਜ਼ਰਾਂ ਤੋਂ ਖੁੰਝ ਨਹੀਂ ਸਕਿਆ। ਚੇਤ ਬਸੰਤ ਰੁੱਤੇ ਸਾਰੀ ਬਨਸਪਤੀ ਖਿੜੀ ਹੋਈ ਹੈ, ਵੰਨ ਸੁਵੰਨੇ ਫੁੱਲ ਦੇ ਰਹੀ ਹੈ। ਉਹਨਾਂ ਉੱਤੇ ਭੌਰੇ ਮਸਤ ਗੁੰਜਾਰ ਪਾ ਰਹੇ ਹਨ ਤੇ ਕੋਇਲ ਉੱਤੇ ਬੈਠੀ ਕੂ-ਕੂ ਕਰ ਰਹੀ ਹੈ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਝ ਬਾਰ, ਮੈਂ ਫਿਰ ਘਰ ਬਹੁੜੇ। ਕੋਕਿਲ ਅੰਬ ਸੁਹਾਵੀ ਬੋਲੇ, ਕਿਉਂ ਦੁੱਖ ਅੰਕ ਸਹੀਜੈ, ਭਵਰ ਭਵੰਤਾ ਫੂਲੀ ਡਾਲੀ, ਕਿਉਂ ਜੀਵਾਂ ਮਰ ਮਾਏ। ਜੇਠ ਹਾੜ ਦੀ ਕੜਕਦੀ ਧੁੱਪ ਤੇ ਸੜਦੀ ਲੋ ਭਾਵੇਂ ਬੜਾ ਔਖਾ ਕਰਦੀ ਹੈ, ਪਰ ਉਸ ਵਿੱਚ ਵੀ ਟੀਂਡ ਦਾ ਕੰਡਿਆਲੇ ਕਿੱਕਰ ਉੱਤੇ ਬੈਠ ਕੇ
ਬੜੀ ਤੇਜ਼ ਚੀਕ ਜਹੀ ਨਾਲ ਟੀਂ ਟੀਂ ਕਰੀ ਜਾਣਾ ਕੰਨਾਂ ਨੂੰ ਸੁਆਦਲਾ ਲੱਗਦਾ ਹੈ। ਆਸਾੜ ਭਲਾ ਸੂਰਜ ਗਗਨ ਤਪੈ, ਰਥ ਫਿਰੇ ਛਾਇਆ ਧਨ ਤਾਕੈ, ਟੀਂਡ ਲਵੈ ਮੰਝ ਬਾਰੇ। ਸਾਵਣ ਭਾਦਰੋਂ ਵਿੱਚ ਰਾਤ ਵੇਲੇ ਡੱਡੂਆਂ ਦਾ ਗੜੈਂ ਗੜੈਂ ਕਰਨਾ ਵੀ ਸੋਹਣਾ ਰਾਗ ਜਿਹਾ ਹੀ ਲੱਗਦਾ ਹੈ। ਚੜੀ ਘਟਾ ਵੇਖ ਕੇ ਮੋਰਾਂ ਦਾ ਕੋਕਣਾ ਸਮੇਂ ਨੂੰ ਹੋਰ ਵੀ ਸੁਹਾਵਣਾ ਬਣਾਉਂਦਾ ਹੈ। ਬਬੀਹੇ ਦਾ ਬੋਲਣਾ ਕੁਦਰਤ ਦੇ ਇਸ ਸੋਝ ਨੂੰ ਹੋਰ ਵਧਾਉਂਦਾ ਹੈ। ਰੱਬੀ ਪਿਆਰ ਵਾਲੇ ਮਨਾਂ ਨੂੰ ਇਹ ਦ੍ਰਿਸ਼ ਹੁਲਾਰੇ ਵਿੱਚ ਲੈ ਆਉਂਦਾ ਹੈ। ਬਰਸੈ ਨਿਸ ਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ, ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ। ਇਹੀ ਰੁੱਤ ਹੈ ਸੱਪਾਂ ਤੇ ਮੱਛਰਾਂ ਦੇ ਡੰਗਣ ਦੀ। ਪਤੀ ਪਰਮਾਤਮਾ ਤੋਂ ਵਿਛੜੀ ਜੀਵਨਾਰ ਨੂੰ ਕੁਦਰਤ ਦਾ ਸੋਝ ਇਉਂ ਡੰਗ ਮਾਰਦਾ ਹੈ ਜਿਵੇਂ ਭਾਦਰੋਂ ਵਿੱਚ ਸੱਪ ਤੇ ਮੱਛਰ ਡੰਗਦੇ ਹਨ। ਪ੍ਰਿਉ ਪ੍ਰਿਉ ਚਵੇ ਬਬੀਹਾ ਬੋਲੇ, ਭੁਯੰਗਮ ਫਿਰੇ ਡਸੰਤੇ, ਮੱਛਰ ਡੰਗ ਸਾਇਰ ਭਰ ਸੁਭਰ, ਬਿਨ ਹਰ ਕਿਉਂ ਸੁਖ ਪਾਈਐ। ਕਰਤਾਰਪੁਰ ਰਾਵੀ ਦੇ ਕੰਢੇ ਤੇ ਹੈ। ਦਰਿਆ ਦੇ ਨਾਲ ਨਾਲ ਪਿਲਛੀ ਕਾਹੀ ਤੇ ਕਾਨਿਆਂ ਦਾ ਸੰਘਣਾ ਬੇਲਾ ਹੈ। ਅੱਸੂ ਵਿੱਚ ਇਹ ਫੁੱਲ ਦਿੰਦੇ ਹਨ। ਗਰਮੀ ਦਾ ਜ਼ੋਰ ਲੰਘ ਚੁੱਕਦਾ ਹੈ ਤੇ ਰਾਤਾਂ ਠੰਡੀਆਂ ਹੋ ਜਾਂਦੀਆਂ ਹਨ ਜੋ ਆ ਰਹੇ ਸਿਆਲ ਦਾ ਚੇਤਾ ਕਰਾਉਂਦੀਆਂ ਹਨ। ਇਹ ਬਦਲਦੀ ਰੁੱਤ ਵੇਖ ਕੇ ਰਸੀਏ ਮਨਾਂ ਨੂੰ ਉਦਾਸੀ ਜਹੀ ਵਿਆਪਦੀ ਹੈ ਕਿ ਬੁਢੇਪਾ ਆ ਗਿਆ ਹੈ। ਸਰੀਰਕ ਨਿੱਘ ਘਟਦਾ ਜਾ ਰਿਹਾ ਹੈ ਤੇ ਪੈਰੋਂ ਪੈਰ ਕਮਜ਼ੋਰੀ ਵੱਧ ਰਹੀ ਹੈ। ਪਰ ਪ੍ਰੀਤਮ ਮਿਲਿਆ ਅਜੇ ਵੀ ਨਹੀਂ। ਬੇਲੇ ਦੀ ਹਰਿਆਵਲ ਢਾਰਸ ਦਿੰਦੀ ਹੈ ਕਿ ਘਬਰਾਣਾ ਨਹੀਂ, ਤੇਰੀ ਵਾਰੀ ਵੀ ਗੁਰੂ ਦੀ ਕਿਰਪਾ ਨਾਲ ਆ ਜਾਵੇਗੀ। ਕੁਕਾ ਕਹਾ ਸੇ ਫੁੱਲੇ, ਆਗੇ ਕਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। ਦਹਿਦਿਸ਼ ਸ਼ਾਖ ਹਰੀ ਹਰਿਆਵਲ, ਸਹਿਜ ਪੱਕੈ ਸੋ ਮੀਠਾ, ਨਾਨਕ ਅਸੁਨ ਮਿਲੋ ਪਿਆਰੇ, ਸਤਿਗੁਰ ਭਏ ਬਸੀਠਾ। ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਾਲੂ ਜੀ ਦੀ ਭੋਏ ਦੀ ਮਾਲਕੀ ਵੀ ਸੀ, ਜਿਸ ਦੇ ਫਸਲ ਬੰਨੇ ਦੀ ਨਿਗਰਾਨੀ ਆਦਿਕ ਵਾਸਤੇ ਗੁਰੂ ਨਾਨਕ ਪਾਤਸ਼ਾਹ ਵੀ ਜਾਇਆ ਕਰਦੇ ਸਨ। 35.5 ਸਾਲ ਦੀ ਉਮਰ ਤੱਕ ਸਤਿਗੁਰੂ ਜੀ ਆਪਣੇ ਪਿੰਡ ਤਲਵੰਡੀ ਰਹੇ ਸਨ। ਤਲਵੰਡੀ ਦੇ ਦੁਆਲੇ ਜੰਡ ਕਰੀਰ ਦਾ ਜੰਗਲ ਸੀ। ਹਰਨ ਜੰਗਲ ਦਾ ਸ਼ਿੰਗਾਰ ਹੁੰਦਾ ਹੈ। ਤਲਵੰਡੀ ਦੀ ਬਾਰ ਵਿੱਚ ਵੀ ਕਿਉਂ ਨਾ ਹੋਣਗੇ। ਬੇਪਰਵਾਹੀ ਤੇ ਬੇਫਿਕਰੀ ਵਿੱਚ ਹਰਾ ਹਰਾ ਘਾਹ ਖਾਂਦੇ ਤੇ ਫਿਰ ਨਸ਼ੇ ਜਿਹੇ ਵਿੱਚ ਚੁੰਗੀਆਂ ਮਾਰਦੇ ਹਰਨ ਉਸ ਬਾਰ ਵਿੱਚ ਸਤਿਗੁਰੂ ਜੀ ਨੇ ਅਨੇਕਾਂ ਵਾਰੀ ਵੇਖੇ ਹੋਣਗੇ। ਅਜਿਹੀ ਦਸ਼ਾ ਵੀ ਕਈ ਵਾਰੀ ਵੇਖੀ ਹੋਵੇਗੀ ਜਦੋਂ ਇਹਨਾਂ ਭੋਲੇ ਅਲਬੇਲੇ ਪਸ਼ੂਆਂ ਨੂੰ ਅਚਨਚੇਤ ਸ਼ਿਕਾਰੀ ਕੁੱਤੇ ਆ ਘੇਰਦੇ ਹੋਣਗੇ। ਹਰਨਾਂ ਦੇ ਇਹਨਾਂ ਬੇਪਰਵਾਹੀਆਂ ਵਾਲੇ ਜੀਵਨ ਦਾ ਚੇਤਾ ਸਤਿਗੁਰੂ ਜੀ ਦੇ ਸਾਹਮਣੇ ਮਾਲਕ ਵੱਲੋਂ ਭੁੱਲੇ ਹੋਏ ਮਨੁੱਖ ਦੀ ਤਰਸਯੋਗ ਹਾਲਤ ਲੈ ਆਉਂਦਾ ਹੈ। ਬੜੇ ਦਰਦ ਭਰੇ ਲਫ਼ਜ਼ਾਂ ਵਿੱਚ ਆਖਦੇ ਹਨ, ਤੂੰ ਸੁਣ ਹਰਣਾ ਕਾਲਿਆ, ਕੀ ਵਾੜੀਏ ਰਾਤਾ ਰਾਮ, ਬਿਕ ਫਲ ਮੀਠਾ 4 ਦਿਨ, ਫਿਰ ਹੋਵੇ ਤਾਤਾ ਰਾਮ। ਆਸਾ ਛੰਤ। ਇਸੇ ਤਰ੍ਹਾਂ ਭੌਰਿਆਂ ਦੇ ਫੁੱਲਾਂ ਵਿੱਚ ਫਸ ਜਾਣ ਦੀ ਬੇਬਸੀ ਵੀ ਮਨੁੱਖ ਦੀ ਮਾਇਆਗ੍ਰਸੀ ਦਸ਼ਾ ਚੇਤੇ ਕਰਾਉਂਦੀ ਹੈ। ਫੁੱਲ ਉੱਤੇ ਬੈਠਾ ਭੌਰਾ ਸੁਗੰਧੀ ਵਿੱਚ ਇਤਨਾ ਮਸਤ ਹੋ ਜਾਂਦਾ ਹੈ ਕਿ ਸ਼ਾਮ ਵੇਲੇ ਫੁੱਲ ਦੇ ਮੀਟੇ ਜਾਣ ਤੇ ਪੰਖੜੀਆਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਤੇ ਜਾਨ ਗਵਾ ਲੈਂਦਾ। ਜਦੋਂ ਫਲੇਰ ਬਣਾਉਣ ਲਈ ਉਹ ਫੁੱਲ ਤੇਲ ਵਿੱਚ ਕਾੜਿਆ ਜਾਂਦਾ ਹੈ ਤਾਂ ਵਿੱਚੇ ਹੀ ਉਸ ਭੌਰੇ ਦਾ ਨਿੱਕਾ ਜਿਹਾ ਸਰੀਰ ਵੀ ਤਲਿਆ ਜਾਂਦਾ ਹੈ। ਭੌਰੇ ਦੀ ਇਹ ਤਰਸ ਭਰੀ ਹਾਲਤ ਦੱਸ ਕੇ ਮਨੁੱਖ ਨੂੰ ਸਮਝਾਉਣੀ ਦਿੰਦੇ ਹੋਏ ਸਤਿਗੁਰੂ ਜੀ ਫਰਮਾਉਂਦੇ ਹਨ, ਭਵਰਾ ਫੂਲ ਭਵੰਤਿਆ, ਦੁੱਖ ਅਤ ਭਾਰੀ ਰਾਮ, ਭਵਰ ਬੇਲੀ ਰਾਤੋ, ਸੂਰਜ ਚੜਿਆ ਪਿੰਡ ਪੜਿਆ, ਤੇਲ ਤਾਵਣ ਤਾਤੋ। ਰਾਵੀ ਦੇ ਕੰਢੇ ਅਨੇਕਾਂ ਵਾਰੀ ਮਾਹੀ ਗੀਰਾਂ ਨੂੰ ਵੇਖਦੇ ਹੋਣਗੇ ਜੋ ਪਾਣੀ ਵਿੱਚ ਤਾਰੀਆਂ ਲੈਂਦੀ ਮੱਛੀ ਨੂੰ ਭਿੱਤੀ ਦੇ ਕੇ ਅਚਨਚੇਤ ਜਾਲ ਵਿੱਚ ਆ ਫਸਾਉਂਦੇ ਸਨ। ਉਹ ਨਕਸ਼ਾ ਅੱਖਾਂ ਅੱਗੇ ਲਿਆ ਕੇ ਜਿੰਦ ਨੂੰ ਸਮਝਾਉਂਦੇ ਹਨ ਕਿ ਹੇ ਜਿੰਦੇ, ਤੂੰ ਇੱਥੇ ਪਰਦੇਸ ਵਿੱਚ ਆਈ ਹੋਈ ਹੈ। ਜੀਭ ਆਦਿਕ ਦੇ ਚਸਕੇ ਵਿੱਚ ਫਸ ਕੇ ਤੇ ਪ੍ਰਭੂ ਨੂੰ ਵਿਸਾਰ ਕੇ ਕਿਉਂ ਆਤਮਕ ਮੌਤ ਦੇ ਜਾਲ ਵਿੱਚ ਫਸਦੀ ਹੈ। ਮੇਰੇ ਜੀੜਾ ਪਰਦੇਸੀਆ, ਕਿਤ ਭਵੇਂ ਜੰਜਾਲੇ ਰਾਮ, ਸਾਚਾ ਸਾਹਿਬ ਮਨ ਵਸੇ, ਕੀ ਫਾਸੇ ਜਮ ਜਾਲੇ ਰਾਮ। ਮਛਲੀ ਵਿਛੁੰਨੀ ਨੈਣ ਰੁੰਨੀ, ਜਾਲ ਬਦਕ ਪਾਇਆ, ਸੰਸਾਰ ਮਾਇਆ ਮੂੰਹ ਮੀਠਾ, ਅੰਤ ਭਰਮ ਚੁਕਾਇਆ। ਭਗਤ ਕਰ ਚਿਤ ਲਾਏ ਹਰਿ ਸਿਉ, ਛੋੜ ਮਨੋ ਅੰਦੇਸਿਆ, ਸੱਚ ਕਹੈ ਨਾਨਕ ਚੇਤ ਰੇ ਮਨ, ਜੀੜਿਆ ਪਰਦੇਸੀਆ।
ਆਸਾ ਸ਼ੰਤ। ਦਰਿਆ ਵਿੱਚੋਂ ਨਿਕਲੇ ਵਹਿਣ ਵੇਖ ਕੇ ਉਹਨਾਂ ਨੂੰ ਖਿਆਲ ਆਉਂਦਾ ਹੈ ਕਿ ਜਿਵੇਂ ਇਸ ਵਿਛੜੇ ਵਹਿਣ ਨੇ ਪਤਾ ਨਹੀਂ ਕਦੋਂ ਦਰਿਆ ਵਿੱਚ ਮੁੜ ਮਿਲਣਾ ਹੈ, ਤਿਵੇਂ ਦਰਿਆ ਪ੍ਰਭੂ ਤੋਂ ਵਿਛੜੇ ਜੀਵ ਵਹਿਣ ਨੂੰ ਮੁੜ ਮਿਲਣ ਦਾ ਸਮਾਂ ਭਾਗਾਂ ਨਾਲ ਹੀ ਮਿਲਦਾ ਹੈ। ਨਦੀਆਂ ਵਹਾ ਵਿਛੁੰਨਿਆ ਮੇਲਾ ਸੰਜੋਗੀ ਰਾਮ, ਹਰ ਨਾਮ ਭਗਤਾਂ ਨਾ ਹਿਰਦੇ ਸਾਚਾ, ਸੇ ਅੰਤ ਤਾਹੀ ਰੋਨਿਆ। ਜਿਉਂ-ਜਿਉਂ ਤੁਸੀਂ ਕੁਦਰਤ ਨਾਲ ਸਾਂਝ ਦੇ ਦ੍ਰਿਸ਼ਟੀਕੋਣ ਤੋਂ ਗੁਰਬਾਣੀ ਨੂੰ ਪੜ੍ਹੋਗੇ, ਤਿਉਂ-ਤਿਉਂ ਤੁਹਾਨੂੰ ਇੱਥੇ ਖਜ਼ਾਨੇ ਭਰੇ ਹੋਏ ਦਿਸਣਗੇ। ਕਿਤਾਬ ਆਦਿ ਬੀੜ ਬਾਰੇ ਲੇਖਕ ਪ੍ਰੋਫੈਸਰ ਸਾਹਿਬ ਸਿੰਘ, ਅਖੀਰਲਾ 10ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।